ਅਸੀਂ ਪੜ੍ਹ ਰਹੇ ਹਾਂ ਇਹ ਜਿਹੜਾ ਪੜ੍ਹ ਰਹੇ ਹਾਂ ਇਹ ਤੇ ਮੈਂ ਨਾਲ ਕਿਤਾਬ ਵੀ ਲਿਖੀ ਜਾ ਰਿਹਾ ਤੇ ਜਦੋਂ ਇਹ ਮੁੱਕੇਗੀ ਤੇ ਨਾਲ ਕਿਤਾਬ ਵੀ ਸ਼ਾਇਦ ਕੰਪਲੀਟ ਹੋ ਜਾਏਗੀ। ਤੇ ਇਸ ਲਈ ਉਸ ਪੱਖ ਤੋਂ ਜਦੋਂ ਮੈਂ ਸੋਚਣਾ ਸ਼ੁਰੂ ਕੀਤਾ ਤੇ ਫਿਰ ਮੇਰੇ ਜ਼ਿਹਨ ਚ ਆਇਆ ਕਿ ਪਹਿਲੇ ਇਹਦੀ ਜਿਹੜੀਆਂ ਯਾਨੀ ਵਿਚਾਰਧਾਰਾ ਦੇ ਚੜਾਅ ਨੂੰ ਸਮਝਣ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਪਹਿਲੇ ਜ਼ਿਕਰ ਕਰਨਾ ਚਾਹੀਦਾ। ਅਸੀਂ ਜਿਹੜੀ ਹੈ ਉਹ ਮੈਂ ਯਾਨੀ ਥੂ ਮਾਰ ਕੇ ਜਾ ਰਹੇ ਹਾਂ ਪਿੱਛੇ, ਕਿਉਂਕਿ ਅਸੀਂ ਪਹਿਲੇ ਹੜੱਪੇ ਦੀ ਸਿਵਲ ਦੀ ਵਿਚਾਰਧਾਰਾ ਦੀ ਗੱਲ ਕੀਤੀ ਸੀ, ਫਿਰ ਏਰੀਅਨ ਦੀ ਕੀਤੀ ਸੀ, ਤੇ ਲੇਕਿਨ ਇਹ ਹੈ ਕਿ ਮੈਂ ਅੱਜ ਓਵਰਆਲ ਜਿਹੜੀ ਇਹਦੇ ਜਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹ ਰਿਹਾ। ਤੇ ਇਹ ਮੈਂ ਲਿਖਿਆ ਹੀ ਪੜ੍ਹ ਦੇਣਾ, ਕਿਉਂ ਜੀ? ਬਿਲਕੁਲ ਬਿਲਕੁਲ। ਹਾਂਜੀ, ਅੱਛਾ ਜੀ। ਪੰਜਾਬ ਦੀ ਵਿਚਾਰ ਚੜਾਅ ਦੇ ਬਿਆਨ ਤੇ ਨਖੇੜਾ ਕਰਨ ਦੇ ਰਸਤੇ ਵਿੱਚ ਕੁਝ ਮੁੱਢਲੇ ਮਸਲੇ ਹਨ। ਪਹਿਲਾ, ਲਫ਼ਜ਼ਾਲੀ ਭੁਲੇਖੇ। ਹਰ ਜ਼ੁਬਾਨ ਵਿੱਚ ਲਫ਼ਜ਼ਾਲੀ ਭੁਲੇਖੇ ਆਮ ਹਨ। 20ਵੀਂ ਸਦੀ ਵਿੱਚ ਇੱਕ ਫਲਸਫੇ ਦੀ ਲਹਿਰ ਵੀ ਚੱਲੀ ਸੀ ਜਿਸ ਨੂੰ ਮੰਤਕੀ ਇਸਬਾਤੀਅਤ ਯਾਨੀ ਲੌਜੀਕਲ ਪੋਜ਼ਿਟਿਵਿਜ਼ਮ ਕਹਿੰਦੇ ਸਨ। ਇਸ ਦੇ ਵਿਚਾਰਵਾਨਾਂ ਦਾ ਕਹਿਣਾ ਸੀ ਜੋ ਸਾਡੇ ਵਿਚਾਰ ਵਿੱਚ ਜ਼ੁਬਾਨ ਦੀ ਗਲਤ ਜਾਂ ਦੋਹਰੀ ਵਰਤੋਂ ਪਾਰੋਂ ਭੁਲੇਖੇ ਪੈਂਦੇ ਨੇ। ਮਿਸਾਲ ਦਿੰਦਿਆਂ ਉਹ ਕਹਿੰਦੇ ਸਨ ਜੋ ਅਸੀਂ ਕੁਰਸੀ ਦੀ ਹੋਂਦ ਲਈ ਕਹਿੰਦੇ ਹਾਂ ਜੋ ਕੁਰਸੀ ਹੈ, ਤੇ ਇਸੇ ਤਰ੍ਹਾਂ ਅਸੀਂ ਖੁਦਾ ਦੇ ਵਜੂਦ ਦੀ ਹੋਂਦ ਬਾਰੇ ਵੀ ਕਹਿੰਦੇ ਹਾਂ ਖੁਦਾ ਹੈ। ਇਹਨਾਂ ਦੋਹਾਂ ਫਿਕਰਿਆਂ ਵਿੱਚ ਹੋਂਦ ਲਈ ਹੈ ਦਾ ਲਫ਼ਜ਼ ਵਰਤਿਆ ਗਿਆ ਹੈ। ਹਾਲਾਂਕਿ ਕੁਰਸੀ ਦੀ ਹੋਂਦ ਨੂੰ ਤੇ ਇਨਸਾਨੀ ਹਵਾਸਾਂ ਰਾਹੀਂ ਸਾਬਤ ਕੀਤਾ ਜਾ ਸਕਦਾ ਹੈ, ਪਰ ਖੁਦਾ ਦੀ ਹੋਂਦ ਨੂੰ ਨਹੀਂ। ਮਤਲਬ ਲਫ਼ਜ਼ ਹੈ ਦੋਵਾਂ 'ਚ ਹੀ ਹੈ, ਇਸ ਦੋਵਾਂ 'ਚ ਹੀ ਹੈ, ਲੇਕਿਨ ਇੱਕ ਦੀ ਐਗਜ਼ਿਸਟੈਂਸ ਜਿਹੜੀ ਹੈ ਉਹਨੂੰ ਤੁਸੀਂ ਵੈਰੀਫਾਈ ਕਰ ਸਕਦੇ ਹੋ, ਦੂਜੀ ਨਹੀਂ ਕਰ ਸਕਦੇ। ਉਹਨਾਂ ਦਾ ਖਿਆਲ ਸੀ ਜੋ ਇਹ ਲਫ਼ਜ਼ਾਲੀ ਭੁਲੇਖੇ ਮੁਕਾ ਦਿੱਤੇ ਜਾਵਣ ਤੇ ਵਿਚਾਰਧਾਰਾ ਨਿੱਤਰ ਸਕਦੀ ਹੈ। ਅਸੀਂ ਇਹਨਾਂ ਵਿਦਵਾਨਾਂ ਦੇ ਸਿੱਟੇ ਨੂੰ ਤੇ ਨਹੀਂ ਮੰਨ ਸਕਦੇ, ਪਰ ਇਹ ਜ਼ਰੂਰ ਕਹਿ ਸਕਦੇ ਹਾਂ ਜੋ ਲਫ਼ਜ਼ਾਲੀ ਭੁਲੇਖੇ ਵਿਚਾਰਧਾਰਾ ਤੇ ਧੂਏ ਵਾਂਗ ਹੁੰਦੇ ਨੇ। ਲਫ਼ਜ਼ਾਲੀ ਭੁਲੇਖਿਆਂ ਦਾ ਸਾਡੀ ਵਿਚਾਰਧਾਰਾ ਵਿੱਚ ਬੜਾ ਜ਼ੋਰ ਹੈ। ਘੜਵੇਂ ਮਜ਼ਹਬ ਤੇ ਉਹਦਾ ਵਿਰੋਧ ਕਰਨ ਵਾਲੇ ਯਾਨੀ ਉਹਨਾਂ ਦੇ ਜਿਹੜੇ ਐਂਟੀ ਨੇ, ਘੜਵੇਂ ਮਜ਼ਹਬ ਤੇ ਉਹਨਾਂ ਦਾ ਵਿਰੋਧ ਕਰਨ ਵਾਲਿਆਂ ਦੀ ਬਹੁਤੀ ਲਫ਼ਜ਼ਾਲੀ ਸਾਂਝੀ ਹੈ। ਮਿਸਾਲ ਦੇ ਤੌਰ ਤੇ ਜਦ ਸ਼ਾਹ ਹੁਸੈਨ ਕਹਿੰਦੇ ਹਨ ਰੱਬਾ ਵੇ ਮੇਰੇ ਹਾਲ ਦਾ ਮਹਿਰਮ ਤੂੰ, ਤੇ ਕੀ ਉਹਨਾਂ ਦਾ ਉਹੋ ਹੀ ਮਤਲਬ ਹੈ ਜੋ ਮੁੱਲਾ ਤੇ ਕਾਜ਼ੀ ਕਹਿੰਦੇ ਹਨ ਕਿ ਰੱਬ ਸਭ ਦੇ ਅੰਦਰ ਦਾ ਹਾਲ ਜਾਣਨ ਵਾਲਾ ਹੈ। ਜ਼ਾਹਰ ਗੱਲ ਹੈ ਕਿ ਇਹ ਜੋ ਇਹਨਾਂ ਦੋਹਾਂ ਧਿਰਾਂ ਦਾ ਵਿਰੋਧ ਹੈ ਤੇ ਉਹਨਾਂ ਦੇ ਲਫ਼ਜ਼ ਤੇ ਉਹਨਾਂ ਦਾ ਰੱਬ ਇੱਕ ਦੂਜੇ ਦੇ ਉਲਟ ਮਾਇਨੇ ਦਿੰਦਾ ਹੈ। ਲਫ਼ਜ਼ ਆਪਣੇ ਆਪ ਵਿੱਚ ਕੁਝ ਵੀ ਨਹੀਂ ਹੁੰਦੇ, ਉਹ ਬਸ ਪਛਾਣ ਦੇ ਇਸ਼ਾਰੇ ਹੁੰਦੇ ਨੇ। ਇਸ ਦੀ ਕੋਈ ਮੰਤਕੀ ਵਜ੍ਹਾ ਨਹੀਂ ਲੱਭਦੀ ਬਈ ਅਸੀਂ ਬਿੱਲੀ ਨੂੰ ਬਿੱਲੀ ਕਿਉਂ ਕਹਿੰਦੇ ਹਾਂ ਤੇ ਅੰਗਰੇਜ਼ ਉਸ ਨੂੰ ਕੈਟ ਕਿਉਂ ਕਹਿੰਦਾ ਹੈ। ਪਰ ਇੱਕ ਲਫ਼ਜ਼ ਦੇ ਬੋਲਣ ਵਾਲੇ ਲਫ਼ਜ਼ਾਂ ਦੇ ਇਸ਼ਾਰਿਆਂ ਨੂੰ ਇੱਕ ਹੱਦ ਤੱਕ ਸਾਂਝਾ ਸਮਝਦੇ ਹਨ। ਲਫ਼ਜ਼ ਜਦ ਰੋਜ਼ ਬਰੋਜ਼ ਦੀਆਂ ਸ਼ੈਵਾਂ ਤੇ ਕੰਮਾਂ ਦੇ ਇਸ਼ਾਰਿਆਂ ਦਿੰਦੇ ਹਨ ਤੇ ਉਹਨਾਂ ਵਿੱਚ ਭੁਲੇਖੇ ਦੀ ਘੱਟ ਗੁੰਜਾਇਸ਼ ਹੈ, ਪਰ ਜਦ ਉਹ ਵਿਚਾਰਧਾਰਾ ਲਈ ਵਰਤੇ ਜਾਂਦੇ ਹਨ ਤੇ ਫਿਰ ਗੱਲ ਦੂਜੀ ਹੈ। ਇਸ ਦੇ ਨਾਲ ਇਹ ਵੀ ਹੈ ਜੋ ਨਸਰ ਦੇ ਉਲਟ ਸ਼ਾਇਰੀ ਵਿੱਚ ਲਫ਼ਜ਼ੀ ਭੁਲੇਖੇ ਵਧੇਰੇ ਪੈਣ ਦੀ ਥਾਂ ਹੁੰਦੀ ਹੈ। ਸ਼ਾਇਰੀ ਵਿੱਚ ਲਫ਼ਜ਼ ਕਈ ਤਰ੍ਹਾਂ ਦੇ ਬੁਰਕੇ ਪਾ ਕੇ ਤੇ ਰੰਗ ਬਰੰਗ ਦੇ ਭੇਸਾਂ ਵਿੱਚ ਸਾਹਮਣੇ ਆਉਂਦੇ ਹਨ, ਜਿਸ ਕਰਕੇ ਉਹਨਾਂ ਦੀ ਪਛਾਣ ਸਿੱਧੀ ਨਹੀਂ ਰਹਿੰਦੀ। ਉਹਨਾਂ ਨੂੰ ਸਮਝਣ ਲਈ ਮੱਤ ਤੇ ਸੁਰ ਦੇ ਵਧੇਰੇ ਘੇਰੇ ਦੀ ਲੋੜ ਹੈ। ਜੇ ਬੁਰਕਾ ਪਾਏ ਤੇ ਭੇਸ ਬਦਲੇ ਲਫ਼ਜ਼ਾਂ ਨੂੰ ਜ਼ਾਹਰ ਸ਼ਕਲ ਵਿੱਚ ਹੀ ਲੈ ਲਿੱਤਾ ਜਾਵੇ
ਤੇ ਖਤਰਨਾਕ ਨਤੀਜੇ ਨੇ ਨਿਕਲਦੇ ਨੇ। ਇਸ ਦੀ ਮਿਸਾਲ ਅਸੀਂ ਇਹ ਦੇ ਸਕਦੇ ਹਾਂ, ਜੋ ਅਸੀਂ ਇੱਕ ਲਿਖਤ ਨੂੰ ਪੜ੍ਹਦਿਆਂ ਗਿਣੀਏ ਜੋ ਉਸ 'ਚ ਕਿੰਨੇ ਵਾਰੀ ਧਰਮੀ ਲਫ਼ਜ਼ ਆਏ ਹਨ ਤੇ ਉਸ ਤੇ ਹੀ ਫੈਸਲਾ ਕਰੀਏ ਜੋ ਉਹ ਸ਼ਾਇਰ ਮਜ਼ਹਬੀ ਹੈ ਜਾਂ ਨਹੀਂ, ਤੇ ਨਤੀਜਾ ਗਲਤ ਨਿਕਲੇਗਾ। ਇਹ ਤਰੀਕਾ ਮੁਸ਼ਤਾਕ ਸੂਫੀ ਹੋਰਾਂ ਦਮੋਦਰ ਦਾਸ ਤੇ ਵਾਰਿਸ ਸ਼ਾਹ ਦੇ ਟਾਕਰੇ ਵਿੱਚ ਵਰਤਿਆ ਹੈ। ਉਹਨਾਂ ਦੇ ਮੁਤਾਬਕ ਦਮੋਦਰ ਦਾਸ ਹੋਰਾਂ ਬਹੁਤ ਹੀ ਘੱਟ ਧਰਮੀ ਸ਼ੇਰ ਲਿਖੇ ਹਨ ਤੇ ਵਾਰਿਸ ਸ਼ਾਹ ਹੋਰਾਂ ਦੀ ਹੀਰ ਦੇ ਪਹਿਲੇ 5 ਬੰਦ ਹੀ ਅਤ ਮਜ਼ਹਬੀ ਹਨ। ਇਸ ਲਈ ਦਮੋਦਰ ਦਾਸ ਸੈਕੂਲਰ ਹਨ ਤੇ ਵਾਰਿਸ ਸ਼ਾਹ ਤੇ ਮਜ਼ਹਬੀ ਰੰਗ ਚੜਿਆ ਹੋਇਆ ਹੈ। ਅਜਿਹਾ ਲਫ਼ਜ਼ਾਂ ਤੇ ਸ਼ੇਰਾਂ ਦੇ ਬੰਦ ਗਿਣ ਕੇ ਕੱਢਣ ਦਾ ਢੰਗ ਬਹੁਤ ਪੇਤਲਾ ਤੇ ਬੇਥੋਆ ਹੈ। ਸਵਾਲ ਤੇ ਇਹ ਸੀ, ਜੋ ਵਾਰਿਸ ਸ਼ਾਹ ਹੋਰਾਂ ਬਾਕੀ ਦੇ 625 ਬੰਦਾਂ ਵਿੱਚ ਇਹਨਾਂ ਲਫ਼ਜ਼ਾਂ ਨੂੰ ਕਿਵੇਂ ਖੋਲਿਆ ਹੈ। ਇਸ ਤੋਂ ਵੱਖ ਇਹ ਵੀ ਹੈ ਜੋ ਮੁਸ਼ਤਾਕ ਸੂਫੀ ਹੋਰੀ 2 ਸਦੀਆਂ ਦੇ ਫਰਕ ਵਿੱਚ ਵੰਡੇ ਹੋਏ ਇਸ਼ਾਰਿਆਂ ਦਾ ਜਿਵੇਂ ਟਾਕਰਾ ਕਰ ਰਹੇ ਹਨ, ਉਹ ਆਲੂ ਤੇ ਅਨਾਰਾਂ ਦਾ ਮੁਕਾਬਲਾ ਹੈ। ਪੰਜਾਬੀ ਦੀ ਵਿਚਾਰਧਾਰਾ ਤੇ ਅਜੇ ਤਿੱਕਰ ਸ਼ੇਰੀ ਰੀਤ ਰਾਹੀਂ ਸਾਡੇ ਤਿੱਕਰ ਉਪੜੀ ਹੈ। ਇਸ ਦੀ ਲਫ਼ਜ਼ਾਲੀ ਆਪ ਜ਼ਾਹਰ ਯਾਨੀ ਸੈਲਫ ਐਵੀਡੈਂਟ ਨਹੀਂ ਹੈ, ਜਿਸ ਕਰਕੇ ਇਹਦੇ ਮੈਨੇ ਕੱਢਣ ਲਈ ਵਿਚਾਰਧਾਰਾ ਦੀਆਂ ਤਾਰੀਖੀ ਮੰਜ਼ਿਲਾਂ ਨੂੰ ਸਾਹਮਣੇ ਰੱਖਣ ਦੀ ਲੋੜ ਹੈ। ਇਹ ਦੇਖਣ ਦੀ ਲੋੜ ਹੈ ਜੋ ਸ਼ਾਇਰ ਕਿਹੜੇ ਵਾਰੇ ਵਿੱਚ ਹੈ, ਯਾਨੀ ਕਿਸ ਹਿਸਟੋਰੀਕਲ ਪੀਰੀਅਡ 'ਚ ਹੈ, ਤੇ ਉਹ ਕਿਸ ਤਰ੍ਹਾਂ ਦੇ ਸਮਾਜ ਦਾ ਵਿਖਾਲਾ ਹੈ, ਯਾਨੀ ਕਿਸ ਉਸ ਦੇ ਅੰਦਰ ਵੀ, ਉਸ ਸਮਾਜ ਦੇ ਅੰਦਰ ਵੀ ਉਹ ਕਿਸ ਧਿਰ ਦਾ ਵਿਖਾਲਾ ਕਰ ਰਿਹਾ ਹੈ। ਹਾਂ, ਮਤਲਬ ਉਹਦਾ ਕੰਟੈਕਸਟ ਕੀ ਹੈ। ਜ਼ਾਹਰਾ ਜਿਵੇਂ ਆਮ ਸਮਝਿਆ ਜਾਂਦਾ ਹੈ ਜੋ ਬਾਬਾ ਫਰੀਦ ਤੋਂ ਵਾਰਿਸ ਸ਼ਾਹ ਤੱਕ ਇੱਕ ਹੀ ਵਿਚਾਰਧਾਰਾ ਦੀ ਦੁਹਰਾਈ ਜਾਰੀ ਹੈ, ਤੇ ਇਹ ਗਲਤ ਹੈ। ਮਤਲਬ 11ਵੀਂ ਤੇ 18ਵੀਂ ਸਦੀ ਦੀ ਵਿਚਾਰਧਾਰਾ ਵਿੱਚ ਕੋਈ ਫਰਕ ਨਹੀਂ ਤੇ ਉਹ ਇੱਕ ਦੂਜੇ ਦਾ ਲਿਸ਼ਕਾਰਾ ਹੀ ਹੈ, ਇਹ ਸਮਝਿਆ ਜਾਂਦਾ ਹੈ। ਇਹ ਭੁਲੇਖਾ ਤਾਰੀਖ ਦੀ ਬੜੀ ਨਾ ਸਮਝੀ ਜਾਂ ਗਲਤ ਸਮਝੀ ਦਾ ਨਤੀਜਾ ਹੈ। ਤਾਰੀਖ ਦੂਜਾ ਫੈਕਟਰ ਹੈਗਾ ਤਾਰੀਖ ਦੀ ਘੱਟ ਸਮਝੀ ਜਾਂ ਨਾ ਸਮਝੀ। ਵਿਚਾਰਧਾਰਾ ਤਾਰੀਖ ਦੇ ਜਾਰੀ ਅਮਲ ਵਿੱਚ ਸਰਜਦੀ ਹੈ, ਯਾਨੀ ਕ੍ਰੀਏਟ ਹੁੰਦੀ ਹੈ, ਤੇ ਜੇ ਇਸ ਨੂੰ ਚੰਗੀ ਤਰ੍ਹਾਂ ਨਾ ਸਮਝਿਆ ਜਾਏ ਤੇ ਜੋ ਵੀ ਨਤੀਜੇ ਕੱਢੇ ਜਾਂਦੇ ਨੇ ਉਹ ਦਰੁਸਤ ਨਹੀਂ ਹੁੰਦੇ। ਤਾਰੀਖ ਬਾਰੇ ਕੁਝ ਮੁੱਢਲੀਆਂ ਹਕੀਕਤਾਂ ਇੰਜ ਹਨ। ਨੰਬਰ 1, ਤਾਰੀਖੀ ਅਮਲ ਹਰ ਪਲ ਜਾਰੀ ਹੈ ਤੇ ਉਸ ਵਿੱਚ ਕਦੀ ਵੀ ਖਲੋਤ ਨਹੀਂ ਆਉਂਦੀ। ਖਲੋਤ ਮੈਂ ਤਰਜਮਾ ਕੀਤਾ ਸਟੈਟਿਕ ਦਾ ਜਾਂ ਸਟੈਗਨੇਟ ਦਾ। ਇਹ ਜਾਰੀ ਅਮਲ ਆਮ ਤੌਰ ਤੇ ਅੱਗੇ ਵਧੂ ਹੈ, ਪਰ ਕਦੀ ਕਦੀ ਸਦੀਆਂ ਤੀਕਰ ਇਸ ਦਾ ਕੋਈ ਵੱਡਾ ਵਿਖਾਲਾ ਨਜ਼ਰ ਨਹੀਂ ਆਉਂਦਾ। ਜਿਵੇਂ ਪੰਜਾਬ ਦੀ ਤਾਰੀਖ ਵਿੱਚ 10ਵੀਂ ਸਦੀ ਤੀਕਰ ਕੋਈ ਵਧਾ ਦੀ ਸੂਰਤ ਨਜ਼ਰ ਨਹੀਂ ਆਉਂਦੀ, ਮਤਲਬ ਦੂਜੀ ਤੀਜੀ ਸਦੀ ਤੋਂ 10ਵੀਂ ਸਦੀ ਤੱਕ। ਨੰਬਰ 2, ਤਾਰੀਖੀ ਅਮਲ ਦਾ ਵਿਖਾਲਾ ਲੁਕਾਈ ਵਿੱਚ ਨਜ਼ਰ ਆਉਂਦਾ ਹੈ, ਕਿਉਂ ਜੋ ਉਹ ਸਦਾ ਕਾਇਮ ਹੁੰਦੇ ਹਨ। ਇਹ ਵਿਖਾਲਾ ਕੁਝ ਬਾਦਸ਼ਾਹਾਂ ਜਾਂ ਕੁਝ ਸ਼ਾਇਰਾਂ ਜਾਂ ਵਿਦਵਾਨਾਂ ਦੇ ਹਵਾਲੇ ਨਾਲ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ। ਕਿਸੇ ਇੱਕ ਰਾਜੇ ਜਾਂ ਬਾਦਸ਼ਾਹ ਨੂੰ ਤਾਰੀਖ ਦਾ ਮੁਹਾੜ ਮੋੜਨ ਦਾ, ਕਿਸੇ ਬਾਦਸ਼ਾਹ ਦੇ ਤਾਰੀਖ ਦਾ ਮੁਹਾੜ ਮਿਥਣ ਦਾ ਨਜ਼ਰੀਆ ਗਲਤ ਤੇ ਸੌੜਾ ਹੈ। ਜੇ ਅਸੀਂ ਪੰਜਾਬ ਦੇ 7000 ਸਾਲਾਂ ਦੀ ਤਾਰੀਖ ਦਾ ਨਿਖੇੜਾ ਕਰਨਾ ਹੈ ਤੇ ਉਹ ਲੋਕ ਹਯਾਤੀ ਵਿੱਚ ਨਜ਼ਰ ਆਉਣਾ ਹੈ। ਕਿਸੇ ਰਾਜੇ ਜਾਂ ਬਾਦਸ਼ਾਹ ਦੀ 50-60 ਸਾਲ ਦੀ ਕਰਨੀਆਂ ਇਸ ਵਿੱਚ ਬਹੁਤ ਨਿੱਕਾ ਜਿਹਾ ਟੋਟਾ ਹੈ। ਨੰਬਰ 3, ਜੇ ਤਾਰੀਖੀ ਅਮਲ ਪਲ ਪਲ ਜਾਰੀ ਹੈ ਤਾਂ ਅਸੀਂ ਇੱਕ ਤਾਰੀਖੀ ਵਾਰੇ ਨੂੰ ਦੂਜੇ ਤਾਰੀਖੀ ਵਾਰੇ ਨਾਲ ਟਕਰਾ ਕੇ ਸਿੱਧਾ ਸਾਵਾਂ ਵੇਖ ਨਹੀਂ ਸਕਦੇ। ਮਤਲਬ ਇਹ ਹੈ ਜੋ 16ਵੀਂ ਸਦੀ ਦਾ ਸ਼ਾਇਰ ਜਾਂ ਵਿਦਵਾਨ ਜੋ ਲਿਖ ਰਿਹਾ ਹੈ ਉਸ ਦਾ ਟਾਕਰਾ 18ਵੀਂ ਸਦੀ ਵਿੱਚ ਵਿਚਾਰਵਾਨ ਨਾਲ ਕਰਨ ਵਿੱਚ ਬੜੇ ਧਿਆਨ ਦੀ ਲੋੜ ਹੈ। ਚੌਥਾ ਫੈਕਟਰ ਲਾਭ ਯਾਨੀ ਇੰਟਰਸਟ। ਤਾਰੀਖ ਤੇ ਵਿਚਾਰਵਾਨਾਂ ਨੂੰ ਬਿਆਨ ਕਰਨ ਵਿੱਚ ਲਾਭ ਦਾ ਵੀ ਬੜਾ ਹੱਥ ਹੈ। ਬਹੁਤ ਵੇਲੇ ਲਿਖਾਰੀ ਦਾ ਆਪਣਾ ਜਾਂ ਆਪਣੀ ਜ਼ਾਤ, ਨਸਲ ਤੇ ਕੌਮ ਦਾ ਮਫਾਦ ਪਹਿਲ ਬਣ ਜਾਂਦਾ ਹੈ। ਪੰਜਾਬ ਦੀ ਵਿਚਾਰਧਾਰਾ ਤੇ ਅਵਲ ਤੇ ਕਿਸੇ ਲਿਖਿਆ ਹੀ ਨਹੀਂ। ਜੇ ਲਿਖਿਆ ਵੀ ਜਾਂਦਾ ਹੈ ਤੇ ਉਹਦਾ ਮੁੱਢ ਤਾਰੀਖ ਦੀਆਂ
ਲਿਖੀਆਂ ਕਿਤਾਬਾਂ ਤੇ ਹੀ ਹੁੰਦਾ। ਇਹਨਾਂ ਵਿੱਚੋਂ ਬਹੁਤੀਆਂ ਕਿਤਾਬਾਂ ਹੁਕਮਰਾਨਾਂ ਦੇ ਦਰਬਾਰੀਆਂ ਤੇ ਉਹਨਾਂ ਦੇ ਪਾਲਿਆਂ ਹੋਇਆਂ ਨੇ ਹੀ ਲਿਖੀਆਂ ਹਨ, ਜਿਨ੍ਹਾਂ ਵਿੱਚ ਹਕੀਕਤ ਨੂੰ ਲੁਕਾਇਆ ਬਹੁਤਾ ਤੇ ਦੱਸਿਆ ਘੱਟ ਜਾਂਦਾ ਹੈ। ਕੁਝ ਤਾਰੀਖਾਂ ਕੌਮ ਪਰਸਤਾਂ ਵੀ ਲਿਖੀਆਂ ਹਨ, ਜਿਨ੍ਹਾਂ ਵਿੱਚ ਉਹਨਾਂ ਆਪਣੀ ਮਰਜ਼ੀ ਦੀਆਂ ਵਾਰਤਾਵਾਂ ਬਿਆਨ ਕੀਤੀਆਂ ਹਨ ਤੇ ਫਿਰ ਸਿਰੇ ਤੋਂ ਘੜ ਲਈਆਂ ਹਨ। ਇਹੋ ਜਿਹੀ ਲਿਖੀ ਤਾਰੀਖ ਦੀ ਵੱਡੀ ਮਿਸਾਲ ਸੋਮਨਾਥ ਦੇ ਮੰਦਿਰ ਦੀ ਹੈ, ਜਿਸ ਨੂੰ ਕਹਿਣ ਮੁਜਬ ਮਹਿਮੂਦ ਗਜ਼ਨਵੀ ਲੁੱਟਿਆ ਸੀ। ਮੁਸਲਮਾਨ ਤਾਰੀਖਦਾਨਾਂ ਇਸ ਖਿਆਲੀ ਫਤਹ ਤੇ ਬੜੇ ਹਾਸ਼ੀਏ ਚੜਾਏ ਨੇ ਤੇ ਦੱਸਿਆ ਹੈ ਜੋ ਇੱਥੋਂ ਇੰਨਾ ਸੋਨਾ ਲੁੱਟਿਆ ਗਿਆ ਜੋ ਉਹ 50 ਊਠਾਂ ਤੇ ਲੱਦ ਕੇ ਗਜ਼ਨੀ ਗਿਆ ਸੀ। ਸਰਕੜਵੀਂ ਤਾਰੀਖਦਾਨ ਰਮੀਲਾ ਥਾਪਰ ਨੇ ਆਪਣੀ ਕਿਤਾਬ ਸੋਮਨਾਥ ਵਿੱਚ ਸਾਬਤ ਕੀਤਾ ਹੈ ਜੋ ਇਸ ਤਰ੍ਹਾਂ ਦਾ ਕੋਈ ਵੱਡਾ ਮੰਦਿਰ ਹੈ ਹੀ ਨਹੀਂ ਸੀ। ਫਿਰ ਇਹ ਵੀ ਸੋਚਣ ਵਾਲੀ ਗੱਲ ਹੈ ਜੋ ਇੱਕ ਆਮ ਜਿਹੇ ਮੰਦਿਰ ਵਿੱਚੋਂ ਉਸ ਜ਼ਮਾਨੇ ਵਿੱਚ ਇੰਨਾ ਸੋਨਾ ਕਿੱਥੋਂ ਆਉਣਾ ਸੀ। ਅਸਲ ਗੱਲ ਇਹ ਸੀ, ਇੰਨਾ ਸੋਨਾ ਤਾਂ ਪੂਰੇ ਹਿੰਦੁਸਤਾਨ 'ਚ ਨਹੀਂ ਪ੍ਰੋਡਿਊਸ ਹੁੰਦਾ ਸੀ। ਜੀ ਹਾਂ, ਅਸਲ ਗੱਲ ਇਹ ਸੀ ਜੋ ਗਜ਼ਨਵੀ ਦੇ ਹਾਮੀ ਮੁਸਲਮਾਨ ਤਾਰੀਖ ਲਿਖਣ ਵਾਲੇ ਉਸ ਦੀ ਸ਼ਾਨ ਵਧਾਉਣਾ ਚਾਹੁੰਦੇ ਸਨ ਤੇ ਹਿੰਦੂ ਤਾਰੀਖਦਾਨ ਇਹ ਸਾਬਤ ਕਰਨਾ ਚਾਹੁੰਦੇ ਸਨ ਜੋ ਇੱਕ ਤੇ ਹਿੰਦੁਸਤਾਨ ਬਹੁਤ ਅਮੀਰ ਸੀ ਤੇ ਦੂਜਾ ਮੁਸਲਮਾਨਾਂ ਹਮਲੇ ਕਰਕੇ ਲੁੱਟਣ ਦੇ ਜ਼ੁਲਮ ਕੀਤੇ। ਇਸ ਮਿਸਾਲ ਤੋਂ ਨਿੱਤਰ ਜਾਂਦਾ ਹੈ ਜੋ ਇਸ ਤਰ੍ਹਾਂ ਦੀਆਂ ਲਿਖੀਆਂ ਤਾਰੀਖਾਂ ਤੋਂ ਵਿਚਾਰਧਾਰਾ ਦਾ ਚੜ੍ਹਾਅ ਪਤਾ ਨਹੀਂ ਲੱਗਦਾ। ਇਸੇ ਗੱਲ ਨੂੰ ਮੁੱਖ ਰੱਖਦਿਆਂ ਮੈਂ ਪਹਿਲਾਂ ਪੰਜਾਬ ਦੀ ਲੋਕ ਤਾਰੀਖ ਲਿਖੀ ਹੈ ਤੇ ਫਿਰ ਇਹ ਲਿਖ ਰਿਹਾ ਕਿ ਮਸਲੇ ਨੂੰ ਹਕੀਕੀ ਰੰਗ ਵਿੱਚ ਵੇਖਿਆ ਜਾ ਸਕੇ। ਅਗਲਾ ਫੈਕਟਰ, ਪੰਜਾਬ ਤੇ ਪੰਜਾਬੀ ਤੋਂ ਬੇਖਬਰੀ। ਇੱਕ ਅੱਧ ਨੂੰ ਛੱਡ ਕੇ ਪੰਜਾਬ ਬਾਰੇ ਲਿਖਣ ਵਾਲਿਆਂ ਵਿੱਚੋਂ ਕਿਸੇ ਨੇ ਵੀ ਪੰਜਾਬੀ ਦੀਆਂ ਲਿਖਤਾਂ ਨਹੀਂ ਪੜ੍ਹੀਆਂ। ਇਹ ਕਿੰਝ ਹੋ ਸਕਦਾ ਜੋ ਕਿਸੇ ਇਲਾਕੇ ਦੇ ਬਾਰੇ ਵਿੱਚ ਨਿਖੇੜੇ ਕੀਤੇ ਜਾਵਣ ਤੇ ਉਸ ਦੀਆਂ ਲਿਖਤਾਂ ਦਾ ਭੁਰਾ ਵੀ ਪਤਾ ਨਾ ਹੋਵੇ। ਦੁਖਾਂਤ ਦੀ ਗੱਲ ਇਹ ਹੈ ਜੋ ਪੰਜਾਬ ਦੀ ਤਾਰੀਖ ਲਿਖਣ ਵਾਲਿਆਂ ਪੰਜਾਬੀ ਨਹੀਂ ਪੜ੍ਹੀ ਤੇ ਪੰਜਾਬੀ ਪੜ੍ਹਨ ਵਾਲਿਆਂ ਨੇ ਤਾਰੀਖ ਨਹੀਂ ਪੜ੍ਹੀ ਤੇ ਜੇ ਪੜ੍ਹੀ ਹੈ ਤੇ ਉਸ ਨੂੰ ਸਾਇੰਸੀ ਢੰਗ ਨਾਲ ਨਹੀਂ ਪੜ੍ਹਿਆ। ਪੰਜਾਬ ਦੀ ਵਿਚਾਰਧਾਰਾ ਦਾ ਵੱਡਾ ਵਸੀਲਾ ਹੈ ਹੀ ਪੰਜਾਬੀ ਕਲਾਸੀਕਲ ਅਦਬ ਹੈ, ਜਿਸ ਨੂੰ ਪੜ੍ਹਿਆ ਬਿਨਾ ਪੈਰ ਪੁੱਟਿਆ ਨਹੀਂ ਜਾ ਸਕਦਾ। ਅੱਛਾ, ਇਹਦੇ ਵਿੱਚ ਮੈਂ ਜਿਹੜਾ ਲਾਸਟ ਫੈਕਟਰ ਜਿਹੜਾ ਕੀਤਾ ਹੈ, ਲਿਸਟ ਕੀਤਾ ਹੈ, ਉਹ ਮੈਂ ਕੀਤਾ ਹੈ, ਲਿਖਿਆ ਨਹੀਂ ਹੈ, ਮੈਂ ਲਿਖਣਾ ਹੈ ਅਜੇ। ਉਹ ਹੈਗਾ, ਉਹਨੂੰ ਮੈਂ ਕਹਿੰਦਾ ਉੱਕਾ ਔਲਾਰ। ਉੱਕਾ ਮੈਂ ਤਰਜਮਾ ਕੀਤਾ ਹੈ ਐਬਸੋਲੂਟ ਦਾ। ਮਤਲਬ ਅਗਰ ਤੁਹਾਡੇ ਕੋਲ ਇਹਦੇ ਅਲਟਰਨੇਟਿਵ ਬਿਹਤਰ ਲਫ਼ਜ਼ ਹੋਏ ਤਾਂ ਤੁਸੀਂ ਦੱਸ ਦੇਣਾ। ਉਰਦੂ ਦੇ ਵਿੱਚ ਇਹਨੂੰ ਕਹਿੰਦੇ ਨੇ ਮੁਤਲਕ। ਮੈਨੂੰ ਨਹੀਂ ਪਤਾ ਹਿੰਦੀ 'ਚ ਕੀ ਇਹਨੂੰ ਕਹਿੰਦੇ ਨੇ, ਲੇਕਿਨ ਉਰਦੂ 'ਚ ਇਹਨੂੰ ਮੁਤਲਕ ਕਹਿੰਦੇ ਨੇ, ਐਬਸੋਲੂਟ ਨੂੰ। ਤੇ ਜਿਹੜਾ ਮੈਂ ਉਹਦਾ ਤਰਜਮਾ ਕੀਤਾ ਉਹ ਉੱਕਾ ਕੀਤਾ, ਉੱਕਾ ਔਲਾਰ। ਉਲਾਰ ਦਾ ਮਤਲਬ ਹੈ ਰੁਝਾਨ। ਹਾਂਜੀ, ਰੁਝਾਨ ਨਾ, ਉਲਾਰ ਰੁਝਾਨ ਹੀ ਹੁੰਦਾ ਨਾ। ਜੀ। ਅੱਛਾ, ਇਸ ਤੋਂ ਮੇਰਾ ਮਤਲਬ ਇਹ ਹੈ ਕਿ ਅਸੀਂ ਚੀਜ਼ਾਂ ਨੂੰ ਕਾਲੇ ਤੇ ਚਿੱਟੇ ਵਿੱਚ ਵੇਖਦੇ ਹਾਂ। ਜਾਂ ਤੇ ਕੋਈ ਚੀਜ਼ ਪੂਰੀ ਕਾਲੀ ਹੁੰਦੀ ਹੈ ਤੇ ਜਾਂ ਉਹ ਚਿੱਟੀ ਹੁੰਦੀ ਹੈ, ਜਾਂ ਕੋਈ ਬੰਦਾ ਮਜ਼ਹਬੀ ਹੁੰਦਾ ਹੈ ਤੇ ਜਾਂ ਉਹ ਕਾਫਰ ਹੁੰਦਾ ਹੈ। ਠੀਕ ਹੈ ਨਾ ਜੀ। ਜਾਂ ਹੱਤਾ ਕਿ ਮਤਲਬ ਅਸੀਂ ਹਰ ਚੀਜ਼ ਨੂੰ ਦੋ ਐਕਸਟ੍ਰੀਮ ਖਾਨਿਆਂ ਵਿੱਚ ਰੱਖ ਕੇ ਦੇਖਦੇ ਹਾਂ। ਜੇ ਬੰਦਾ ਆਪਣਾ ਸੈਕੂਲਰ ਹੈ ਤੇ ਉਹ ਰੱਬ ਦਾ ਇਨਕਾਰ ਕਰੇ, ਤੇ ਜੇ ਉਹ ਰੱਬ ਦਾ ਇਨਕਾਰ ਨਹੀਂ ਕਰ ਰਿਹਾ ਤੇ ਫਿਰ ਇਹਦਾ ਮਤਲਬ ਹੈ ਉਹ ਮਜ਼ਹਬੀ ਹੈ। ਯਾਨੀ ਜਾਂ ਸੈਕੂਲਰ ਤੇ ਮਜ਼ਹਬੀ ਦੇ ਦਰਮਿਆਨ ਹੋਣ ਦੇ ਵਿੱਚ ਕੋਈ ਅਸੀਂ ਜਿਹੜੀ ਹੈ ਉਹ ਦੂਸਰੀ ਮੰਜ਼ਿਲ ਨਹੀਂ ਲੱਭਦੇ। ਐਕਚੁਅਲੀ ਡਾਕਟਰ ਸਾਹਿਬ ਇਹ ਜਿਹੜੀ ਕੈਟਾਗਰੀ ਹੈ ਨਾ, ਸੈਕੂਲਰ ਤੇ ਰਿਲੀਜੀਅਸ, ਇਹ ਸਬ ਕੰਟੀਨੈਂਟ ਤੇ ਤਾਂ ਅਪਲਾਈ ਨਹੀਂ ਹੁੰਦੀ। ਇਹ ਯੂਰਪੀਅਨ ਕੈਟਾਗਰੀ ਹੈ ਨਾ ਜਿਹੜੀ, ਇਹ ਇੰਪੋਜ਼ ਕਰ ਦਿੱਤੀ ਗਈ ਹੈ ਐਕੈਡੈਮਿਕਸ ਵੱਲੋਂ, ਜਿਹਦਾ ਕੋਈ ਉਹ ਹੈ ਹੀ ਨਹੀਂ। ਤੁਸੀਂ ਇਹਨਾਂ ਨੂੰ ਨਾ ਲਓ, ਕੋਈ ਹੋਰ ਗੱਲਾਂ ਕਿਸੇ ਹੋਰ ਤਰ੍ਹਾਂ ਇਹਨੂੰ ਕਹਿ ਲਓ ਕਿ ਸਾਡਾ ਜਿਹੜਾ ਐਬਸੋਲੂਟਿਜ਼ਮ ਹੈ
ਉਹ ਜਿਹੜਾ ਹੈ ਸਾਨੂੰ ਜਿਹੜਾ ਹੈ ਉਹ ਤਾਰੀਖ ਦੀ ਮੁਖਤਲਿਫ ਮੰਜ਼ਲਾਂ ਦੇ ਉੱਤੇ ਕਿਵੇਂ ਪ੍ਰੋਗਰੈਸ ਹੁੰਦੀ ਹੈ ਉਹਨੂੰ ਵੇਖਣ ਨਹੀਂ ਦਿੰਦਾ। ਬਿਲਕੁਲ, ਉਹ ਸਾਨੂੰ ਅੰਨਾ ਕਰ ਦਿੰਦਾ, ਉਹ ਸਾਨੂੰ ਅੰਨਾ ਕਰ ਆਪਣੇ ਖਿਆਲਾਂ ਨਾਲ, ਆਪਣੇ ਖਿਆਲਾਂ ਨਾਲ ਜੀ। ਫਿਰ ਇਹ ਸਾਨੂੰ ਲੱਗਦਾ ਹੈ ਕਿ ਜੇ ਅਸੀਂ ਵਾਰਿਸ ਸ਼ਾਹ ਨੂੰ ਪੜ੍ਹਦੇ ਹਾਂ ਜਾਂ ਸ਼ਾਹ ਹੁਸੈਨ ਨੂੰ ਪੜ੍ਹਦੇ ਹਾਂ ਜਾਂ ਸੁਲਤਾਨ ਬਾਹੂ ਨੂੰ ਪੜ੍ਹਦੇ ਹਾਂ, ਜੇ ਅਸੀਂ ਅੱਲਾ ਤੇ ਰੱਬ ਦਾ ਲਫ਼ਜ਼ ਪੜ੍ਹ ਲਿਆ ਤਾਂ ਅਸੀਂ ਫਿਰ ਕਹਾਂਗੇ ਜੀ ਇਹਦੇ ਵਿੱਚ ਮੌਲਵੀਆਂ 'ਚ ਕੀ ਫਰਕ ਹੈ। ਬਿਲਕੁਲ ਠੀਕ ਹੈ ਨਾ। ਸੋ ਜਿਹੜੀ ਹਕੀਕਤ ਹੈ ਉਹ ਇਹ ਹੈ ਕਿ ਜਿਹੜੀ ਮਟੀਰੀਅਲਿਜ਼ਮ ਹੈ ਉਹਦੇ ਠੀਕ ਹੈ, ਉਹਦੇ ਇੱਕ ਤਾਂ ਮਟੀਰੀਅਲਿਜ਼ਮ ਜਿਵੇਂ ਆਪਣੀਆਂ ਮੰਜ਼ਲਾਂ ਨੇ, ਇੱਕ ਸਾਡੀ ਅੱਜ ਦੀ ਮਟੀਰੀਅਲਿਜ਼ਮ ਹੈ ਜਿਹੜੀ ਕਿ ਸਾਇੰਟੀਫਿਕ ਹੈ, ਲੇਕਿਨ ਜਿਹੜੀ ਏਨਸ਼ੀਅੰਟ ਪੀਰੀਅਡ ਦੇ ਵਿੱਚ ਮਟੀਰੀਅਲਿਜ਼ਮ ਜਿੱਥੋਂ ਚੱਲੀ ਸੀ, ਜਿੱਥੇ ਸਾਰੀ ਦੁਨੀਆ 'ਚ ਇਹ ਨਜ਼ਰੀਆ ਆਇਆ ਸੀ ਕਿ ਦੁਨੀਆ ਜਿਹੜੀ ਹੈ ਐਟਮ ਨਾਲ ਬਣੀ ਹੈ, ਤੇ ਮਤਲਬ ਉਹ ਵੀ ਮਟੀਰੀਅਲਿਜ਼ਮ ਸੀ, ਲੇਕਿਨ ਉਹ ਮਟੀਰੀਅਲਿਜ਼ਮ ਜਿਹੜੀ ਹੈ ਉਹਦੀ ਵੈਰੀਫਿਕੇਸ਼ਨ ਨਹੀਂ ਸੀ ਹੋ ਸਕਦੀ। ਜਿਹੜੀ ਹੁਣ ਵੀ ਮਟੀਰੀਅਲਿਜ਼ਮ ਹੈ ਉਹਦੀ ਵੈਰੀਫਿਕੇਸ਼ਨ ਹੋ ਸਕਦੀ ਹੈ। ਸੋ ਅਸੀਂ ਕੀ ਉਹ ਜਿਹੜੀ ਮਟੀਰੀਅਲਿਜ਼ਮ ਸੀ ਉਹ ਉਸ ਵੇਲੇ ਦੀ ਆਈਡੀਅਲਿਸਟਾਂ ਦੇ ਮੁਕਾਬਲੇ ਵਿੱਚ ਸੀ। ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਜਿਹਨੂੰ ਅਸੀਂ ਕਹਿੰਦੇ ਨਾ ਮੈਟਾਫਿਜ਼ਿਕਸ ਵੀ ਪ੍ਰੋਗਰੈਸਿਵ ਔਰ ਰਿਐਕਸ਼ਨਰੀ ਹੋ ਸਕਦੀ ਹੈ, ਹਮੇਸ਼ਾ ਹੁੰਦੀ ਹੈ ਸਰ, ਹੁੰਦੀ ਹੈ। ਬਸ ਮੈਂ ਇੰਨੇ ਪੁਆਇੰਟਸ ਨੇ, ਜੇ ਕੋਈ ਹੋਰ ਪੁਆਇੰਟ ਹੋਵੇ ਤੁਹਾਡੇ ਜ਼ਿਹਨ ਦੇ ਵਿੱਚ ਤੁਸੀਂ ਐਡ ਕਰ ਸਕਦੇ। ਮੈਂ ਜਿਹੜੀ ਤੁਸੀਂ ਗੱਲ ਕਹੀ ਇਹਦੇ ਬਾਰੇ ਇੱਕ ਛੋਟਾ ਜਿਹਾ ਪੁਆਇੰਟ ਐਡ ਕਰਨਾ ਚਾਹੁੰਦਾ ਜੀ। ਤੁਹਾਨੂੰ ਯਾਦ ਹੋਣੀ ਆ ਪ੍ਰਿੰਸ ਜਾਰਜ ਦੀ ਕਾਨਫਰੰਸ 2001 ਜਾਂ 2002 ਦੀ, ਪੰਜਾਬੀ, ਉਹਦੇ ਬਾਅਦ 2003 ਦੀ ਜੀ। ਉੱਥੇ ਹਾਂਜੀ, ਆਵਾਜ਼ ਨਹੀਂ ਆ ਰਹੀ। ਹੋਰ ਕਿਸੇ ਨੂੰ ਆ ਰਹੀ ਹੈ? ਨਹੀਂ, ਫ੍ਰੀਜ਼ ਹੋ ਗਏ ਜਸਪਾਲ ਸਰ। ਜਸਪਾਲ ਨਹੀਂ ਫ੍ਰੀਜ਼ ਹੋ ਗਏ ਨੇ। ਜਸਪਾਲ ਜੀ ਫ੍ਰੀਜ਼ ਨਾ ਹੋਣਾ, ਅਜੇ ਤੁਹਾਡੀ ਬੜੀ ਲੋੜ ਹੈ। ਚਲੋ ਕੋਈ ਹੋਰ ਗੱਲ ਕਰੋ, ਉਹਨਾਂ ਚਿਰ ਉਹ ਆ ਜਾਣਗੇ। ਬਾਕੀ ਤੁਸੀਂ ਹੈ ਹੀ ਹੋ ਨਾ। ਪਤਾ ਨਹੀਂ ਉਹ ਰਿਅਲਾਈਜ਼ ਵੀ ਕਰ ਰਹੇ ਨੇ ਕਿ ਉਹ ਨਹੀਂ ਹੈਗੇ। ਨਹੀਂ, ਮੇਰੇ ਖਿਆਲ ਹੁਣ ਉਹ ਡਿਸਕਨੈਕਟ ਕਰਕੇ ਤੇ ਫਿਰ ਕਨੈਕਟ ਕਰਨਗੇ। ਉਹਨਾਂ ਡਿਸਕਨੈਕਟ ਕਰ ਲਿਆ। ਡਾਕਟਰ ਸਾਹਿਬ, ਮੇਰੇ ਲਈ ਤਾਂ ਇਹ ਬੜਾ ਮੁਸ਼ਕਿਲ ਹੈ ਅੱਜ ਦਾ ਲੈਸਨ। ਮੈਂ ਸੁਣ ਰਹੀ ਸੀ ਤੁਹਾਨੂੰ ਤੇ ਮੈਨੂੰ ਤਾਂ ਔਖਾ ਲੱਗਿਆ, ਮੈਂ ਸੱਚੀ ਗੱਲ ਦੱਸਾਂ। ਨਹੀਂ, ਕਿੱਥੋਂ ਔਖਾ ਲੱਗਿਆ ਦੱਸੋ। ਜਿਹੜਾ ਮੈਂ ਪੁਆਇੰਟ ਰੇਜ਼ ਕਰ ਰਿਹਾ ਸੀ ਨਾ, ਉਹ ਇਹ ਸੀਗਾ ਜੀ। ਡਾਕਟਰ ਸਾਹਿਬ ਤੁਹਾਨੂੰ ਯਾਦ ਹੋਣਾ ਆਪਣੀਆਂ 2 ਕਾਨਫਰੰਸਾਂ ਸੀਗੀਆਂ, ਬਿਲਕੁਲ, 2001 ਤੇ 2003 ਚ, ਜਿੱਥੇ ਆਪਾਂ ਰੇਜ਼ ਕੀਤਾ ਸੀ ਇਸ਼ੂ। ਰਾਈਟ। ਤੁਸੀਂ ਫੇਰ ਫ੍ਰੀਜ਼ ਹੋ ਗਏ ਹੋ। ਉਹ ਪੁਆਇੰਟ ਹੀ ਮੇਰਾ ਖਿਆਲ ਉਹ ਸਟੈਟਿਕ ਹੋਈ ਜਾ ਰਹੀ। ਹਿਸਟਰੀ ਨੂੰ ਕਹਿੰਦੇ ਤੁਸੀਂ ਸਟੈਟਿਕ ਨਹੀਂ ਹੈ, ਸਟੈਟਿਕ ਹੈ ਸਾਰਾ ਕੁਝ। ਲੱਗਦਾ ਹੈ ਕਿ ਜਸਪਾਲ ਹੋਰਾਂ ਨੇ ਸਟੈਟਿਕ ਕਰਤੀ ਹੈ। ਅੱਛਾ ਡਾਕਟਰ ਸਾਹਿਬ, ਇੱਕ ਦੱਸੋ ਇੱਥੇ ਮੈਨੂੰ ਕਿ ਜਿਹੜੇ ਡਿਨਾਇਲਿਸਟ ਬੰਦੇ ਆ, ਜਿਹੜੇ ਕਿ ਕਿਸੇ ਚੀਜ਼ ਦੇ ਵਿੱਚ ਬਿਲੀਵ ਨਹੀਂ ਕਰਦੇ, ਉਹ ਕਿਸ ਕੈਟੇਗਰੀ ਚ ਆਉਂਦੇ ਆ? ਉਹਨਾਂ ਨੂੰ ਕੀ ਕਹਿੰਦੇ ਨੇ? ਉਹਨਾਂ ਦੀ ਵੀ ਇੱਕ ਲਫ਼ਜ਼ ਹੈਗਾ, ਐਥੀਸਟ ਨਹੀਂ, ਉਹਨਾਂ ਨੂੰ ਕਹਿੰਦੇ ਨੇ ਐਗਨਾਸਟਿਕ। ਓਕੇ, ਉਹ ਐਗਨਾਸਟਿਕ ਨੇ, ਉਹ ਐਥੀਸਟ ਨਹੀਂ ਹੈਗੇ, ਉਹ ਐਗਨਾਸਟਿਕ ਨੇ। ਅੱਛਾ, ਆਪਣਾ ਜਸਪ੍ਰੀਤ ਜੀ, ਤੁਸੀਂ ਇਹ ਦੱਸੋ ਕਿ ਕੀ ਮਸਲਾ ਕੀ ਹੈਗਾ? ਨਹੀਂ, ਮੇਰਾ ਖਿਆਲ ਹੈ ਕਿਉਂਕਿ ਤੁਸੀਂ ਆਪਣੀ ਜਿਹੜੀ ਕਿਤਾਬ ਲਿਖ ਰਹੇ ਹੋ ਉਹ ਪੜ੍ਹ ਰਹੇ ਸੀ ਨਾ, ਤੇ ਤੁਹਾਡੀ ਜਿਹੜੀ ਉਹ ਲੈਂਗੁਏਜ ਉਹ ਬੜੀ ਹਾਈ ਕਲਾਸ ਪੰਜਾਬੀ ਸੀ। ਮੇਰੀ ਤਾਂ ਇੰਨੀ ਪਹੁੰਚ ਹੀ ਨਹੀਂ ਹੈਗੀ ਉੱਥੇ ਤੱਕ। ਮੈਨੂੰ ਇਹ ਲੱਗ ਰਿਹਾ ਪੰਜਾਬੀ ਤੁਹਾਨੂੰ ਜਿਹੜਾ ਉਹ ਜਿਵੇਂ ਪੰਜਾਬੀ ਚ ਲਿਖਿਆ ਗਿਆ ਉਹ ਤੁਹਾਨੂੰ ਮੁਸ਼ਕਿਲ ਲੱਗਾ ਹੈ? ਹਾਂਜੀ, ਮੈਂ ਸੱਚੀ ਦੱਸਾਂ ਤਾਂ ਮੈਨੂੰ ਵਾਕਈ ਜੇ ਕਿਤੇ ਮੈਂ ਕਿਤਾਬ ਪੜ੍ਹ ਰਹੀ ਹੁੰਦੀ ਨਾ ਤੇ ਮੈਂ ਕਹਿਣਾ ਸੀ ਇਹ ਤਾਂ ਮੇਰੇ ਸਿਰ ਦੇ ਉੱਪਰੋਂ ਨਿਕਲ ਗਿਆ। ਪਰ ਕਿਉਂਕਿ ਤੁਹਾਡੀਆਂ ਹੁਣ ਕਾਫੀ ਕਲਾਸਾਂ ਅਟੈਂਡ ਕੀਤੀਆਂ ਨੇ, ਇਸ ਕਰਕੇ ਕਲਾਸੀਕਲ ਲਿਟਰੇਚਰ ਦੀਆਂ,
ਤੇ ਇਸ ਕਰਕੇ ਮੈਨੂੰ ਕੁਝ ਆਦਤ ਹੋ ਚੁੱਕੀ ਹੈ ਨਾ ਸੁਣਨ ਦੀ, ਤੇ ਉਹ ਮੈਨੂੰ ਇਸ ਕਰਕੇ ਸਮਝ ਆ ਰਹੀ ਸੀ। ਪਰ ਹਾਂਜੀ ਹੁਣ ਠੀਕ ਹੈ। ਹੁਣ ਹਾਂਜੀ। ਠੀਕ ਹੈ। ਤੁਸੀਂ ਕੀ ਗੱਲ, ਤੁਹਾਡਾ ਇਹ ਤੁਸੀਂ ਪੁਆਇੰਟ ਕੋ ਗਲਤ ਦੱਸਣਾ ਚਾਹੁੰਦੇ ਹੋ ਜਿਹੜਾ ਫਰੀਜ਼ ਹੋ ਰਿਹਾ ਵਾਰ-ਵਾਰ? ਚਲੋ, ਮੈਨੇ ਪੁਆਇੰਟ ਮੇਰਾ ਇਹ ਸੀਗਾ, ਉਦੋਂ ਆਪਾਂ ਰੇਜ਼ ਇਸ਼ੂ ਕੀਤਾ ਸੀ ਕਿ ਜੀ ਪੰਜਾਬੀ ਦਰਸ਼ਨ ਵਿਚਾਰਧਾਰਾ ਹੈਗੀ ਆ, ਰਾਈਟ। ਉੱਥੇ ਕਰੀਬਨ 250 PhD ਸੀਗੇ ਪੰਜਾਬੀ ਦੇ, ਜਿਨ੍ਹਾਂ ਨੇ ਪੂਰੇ ਦਿਨ, ਉਹ ਮੁਨਕਰ ਸੀ ਜੀ ਕੋਈ ਪੰਜਾਬੀ ਫਿਲਾਸਫੀ, ਦਰਸ਼ਨ ਜਾਂ ਵਿਚਾਰਧਾਰਾ ਹੈਗੀ। ਬਿਲਕੁਲ ਬਿਲਕੁਲ। ਉਹ ਕਹਿੰਦੇ ਜੀ ਹੈ ਹੀ ਨਹੀਂ, ਤੁਸੀਂ ਗੱਲ ਹੀ ਨਹੀਂ ਕਰ ਸਕਦੇ, ਕੋਈ ਇੰਡੀਅਨ ਫਿਲਾਸਫੀ ਹੈਗੀ ਆ। ਆਹੋ। ਉਹ ਫਿਰ 2008 ਦੀ ਜਿਹੜੀ ਕਾਨਫਰੰਸ ਆਪਣੀ ਜਲੰਧਰ ਸੀਗੀ ਜੀ, ਉੱਥੇ ਫਿਰ ਬੂਟਾ ਲਾਇਆ। ਉੱਥੇ ਫਿਰ ਜਦੋਂ ਰੈਜ਼ੋਲੂਸ਼ਨ ਪਾਸ ਹੋਇਆ ਕਿ ਬਈ ਦਰਸ਼ਨ ਜਾਂ ਵਿਚਾਰਧਾਰਾ ਹੈਗੀ ਆ, ਤੇ ਸਰਕਾਰ ਨੂੰ ਮੰਗ ਕੀਤੀ ਜਾਣੀ ਚਾਹੀਦੀ ਕਿ ਯੂਨੀਵਰਸਿਟੀਆਂ 'ਚ ਪੜ੍ਹਾਇਆ ਜਾਵੇ। ਪਰ ਉਹ ਕਿਸੇ ਵੀ ਯੂਨੀਵਰਸਿਟੀ ਨੇ ਅਜੇ ਤਾਈਂ ਲਾਗੂ ਨਹੀਂ ਕੀਤਾ। ਉਹ ਨਹੀਂ, ਬਸ ਕਰ ਵੀ ਦੁਨੀਆ ਚ ਉਹਨਾਂ ਨੂੰ ਕਿਹੜਾ ਪਤਾ ਕੀ ਹੈਗੀ ਹੈ, ਤੇ ਉਹਨਾਂ ਨੇ ਪੜਾਉਣਾ ਕੀ ਸੀਗਾ। ਹਾਂ, ਬਿਲਕੁਲ ਬਿਲਕੁਲ। ਮਤਲਬ ਇਹ ਹੈ ਕਿ ਹੁਣ ਤੋਂ ਪਹਿਲੇ ਕਿਸੇ ਨੇ, ਤੁਸੀਂ ਇੱਕ ਕਿਤਾਬ ਲਿਖੀ ਹੈ ਤੇ ਹੋਰ ਤੇ ਕਿਸੇ ਨੇ ਐਵੋਲੂਸ਼ਨ ਤੇ ਕਿਸੇ ਨੇ ਵੀ ਨਹੀਂ ਲਿਖੀ। ਬਿਲਕੁਲ। ਤੇ ਇਹ ਤੇ ਮੇਰਾ ਖਿਆਲ ਹੈ ਕਿ ਇਹ ਪਹਿਲੀ ਵਾਰੀ ਮੈਂ ਲਿਖ ਰਿਹਾ, ਇਸ ਲਈ ਇਹ ਮੁਸ਼ਕਲ ਵੀ ਹੈ ਮੇਰੇ ਲਈ। ਬਿਲਕੁਲ ਬਿਲਕੁਲ। ਕਿਉਂਕਿ ਇਹਦਾ ਕੋਈ ਆਲਰੇਡੀ ਕੋਈ ਕਿਸੇ ਨੇ ਪੈਟਰਨ ਬਣਾਇਆ ਨਹੀਂ ਹੈ। ਨਹੀਂ, ਜਦੋਂ ਤੁਸੀਂ ਪਾਥ ਬ੍ਰੇਕਿੰਗ ਕੰਮ ਕਰਦੇ ਆ ਨਾ, ਉਹਦੇ ਵਿੱਚ ਬਹੁਤ ਚੀਜ਼ਾਂ ਰਹਿ ਜਾਂਦੀਆਂ ਹੁੰਦੀਆਂ, ਪਰ ਉਹ ਤੁਹਾਨੂੰ ਕਰਨ ਦੀ ਲੋੜ ਹੁੰਦੀ ਆ। ਆਹੋ, ਉਹ ਚ ਨਹੀਂ, ਇਹਦੇ ਵਿੱਚ ਵੀ ਬਹੁਤ ਸਾਰਾ ਰਹਿ ਜਾਣੀਆਂ। ਆਹੋ ਬਿਲਕੁਲ। ਜਿਹੜੇ ਆਉਣ ਵਾਲੇ ਬਾਅਦ ਸਰ, ਉਹਦਾ ਨੈਚੁਰਲ ਹੈ। ਹਾਂਜੀ, ਉਹ ਜਿਹੜੇ ਬਾਅਦ ਚ ਆਉਣ ਵਾਲੇ ਹੋਣਗੇ, ਉਹ ਫਿਰ ਉੱਥੋਂ ਅੱਗੇ ਕਰਨਗੇ। ਅਸੀਂ ਤਾਂ ਬੂਟਾ ਲਾ ਚੱਲੇ ਆ ਨਾ। ਹਾਂਜੀ ਹਾਂਜੀ ਹਾਂ ਹਾਂਜੀ। ਹੋਰ ਕਿਸੇ ਦੀ ਕੋਈ ਗੱਲ ਜ਼ੁਬਾਨ ਤੋਂ ਇਲਾਵਾ? ਇਹ ਦੇਖੋ, ਇਹਦੇ ਵਿੱਚ ਇਹ ਵੀ ਹੈਗੀ ਹੈ ਕਿ ਮੈਂ ਆਪਣੇ ਵੱਲੋਂ ਕੋਸ਼ਿਸ਼ ਕਰਨਾ ਹੈ ਕਿ ਜਿਹੜੀ ਹੈ ਨਾ ਲਫ਼ਜ਼, ਉਹ ਮੁਸ਼ਕਿਲ ਦੀ ਥਾਂ ਸੌਖਾ ਲਫ਼ਜ਼ ਵਰਤਾਂ ਜੀ। ਲੇਕਿਨ ਇਹ ਮਸਲਾ ਹੈਗਾ ਹੈ ਕਿ ਜਦੋਂ ਤੁਸੀਂ ਕਾਨਸੈਪਟ 'ਚ ਗੱਲ ਕਰਦੇ ਹੋ ਨਾ, ਤੇ ਜ਼ੁਬਾਨ ਔਖੀ ਲੱਗਦੀ ਹੈ। ਮਿਸਾਲ ਦੇ ਤੌਰ ਦੇ ਉੱਤੇ ਅਗਰ ਇਹੋ ਹੀ ਲਫ਼ਜ਼, ਇਹਨਾਂ ਦੇ ਵਿੱਚੋਂ ਇਹੋ ਹੀ ਸਾਰੇ ਲਫ਼ਜ਼ ਮੈਂ ਕਿਸੇ ਕਹਾਣੀ ਵਿੱਚ ਵਰਤੇ ਹੁੰਦੇ, ਸ਼ਾਰਟ ਸਟੋਰੀ ਵਿੱਚ, ਜੀ, ਤੇ ਉਹ ਤੁਹਾਨੂੰ ਮੁਸ਼ਕਲ ਨਹੀਂ ਸੀ ਲੱਗਣੇ। ਬਿਲਕੁਲ। ਅੱਛਾ, ਹੱਤਾ ਕਿ ਜੇ ਮੈਂ ਸ਼ਾਇਰੀ ਵਿੱਚ ਵੀ ਵਰਤੇ ਹੁੰਦੇ ਤਾਂ ਵੀ ਸ਼ਾਇਦ ਤੁਹਾਨੂੰ ਮੁਸ਼ਕਲ ਨਾ ਲੱਗਦੇ। ਲੇਕਿਨ ਜਦੋਂ ਉਹਨੂੰ ਤੁਸੀਂ ਕਨਸੈਪਚੁਅਲ ਫਰੇਮਵਰਕ ਵਿੱਚ ਲਫ਼ਜ਼ਾਂ ਨੂੰ ਲਿਆਉਂਦੇ ਹੋ, ਤੇ ਉਹ ਫਿਰ ਤੁਹਾਨੂੰ ਥੋੜੇ ਮੁਸ਼ਕਲ ਲੱਗਦੇ ਨੇ। ਇਹੋ ਹੀ ਬਾਬਾ ਗੁਰੂ ਨਾਨਕ ਜੀ ਦੇ ਨਾਲ ਵੀ ਮਸਲਾ ਹੈ। ਜਿਹੜੀ ਉਹਨਾਂ ਦੀ ਜਿਹੜੀ ਜ਼ੁਬਾਨ ਜਿਹੜੀ ਹੈ, ਉਹ ਓਪਰੀ ਤੇ ਲੋਕਾਂ ਨੂੰ ਮੁਸ਼ਕਲ ਲੱਗਦੀ ਹੈ, ਉਹ ਅਸਲ ਦੇ ਵਿੱਚ ਨਾ ਤੇ ਓਪਰੀ ਹੈ ਤੇ ਨਾ ਮੁਸ਼ਕਲ ਹੈ, ਉਹ ਸਿਰਫ ਕਨਸੈਪਚੁਅਲ ਹੈ। ਲਫ਼ਜ਼ਾਂ ਨੂੰ, ਜਿਵੇਂ ਦੋ ਲਫ਼ਜ਼ਾਂ ਨੂੰ ਜੋੜ ਕੇ ਕਾਨਸੈਪਟ ਬਣਾਇਆ ਜਾਂਦਾ ਹੈ, ਉਹ ਮੇਰਾ ਆਪਣਾ, ਮੇਰੀ ਆਪਣੀ ਇਹਦੇ 'ਚ ਖਿਆਲ ਹੈਗਾ, ਉਹ ਇਹ ਹੈਗਾ ਕਿ ਇਹ ਕੰਮ ਬਹੁਤ ਕਾਫੀ ਔਖਾ ਹੁੰਦਾ ਹੈ। ਤੇ ਚੂੰਕਿ ਨਵੀਂ ਜ਼ੁਬਾਨ ਦੇ ਵਿੱਚ ਕਾਨਸੈਪਟ ਘੜਨੇ ਜਿਹੜੇ ਨੇ, ਉਹ ਔਖਾ ਕੰਮ ਹੈ। ਮੇਰਾ ਆਪਣਾ ਖਿਆਲ ਹੈ ਕਿ ਇਸੇ ਲਈ ਗੁਰੂ ਨਾਨਕ ਜੀ ਨੇ ਸਿੱਧਾਂ ਦੀ ਜ਼ੁਬਾਨ ਹੀ ਰੱਖੀ, ਕਿਉਂਕਿ ਉਹਦੇ ਵਿੱਚ ਆਲਰੇਡੀ ਉਹ ਕਨਸੈਪਚੁਅਲ ਫਰੇਮਵਰਕ ਮੌਜੂਦ ਸੀ। ਨਾਲੇ ਉਹਨਾਂ ਨਾਲ ਉਹ ਕਮਿਊਨੀਕੇਟ ਕਰਨਾ ਚਾਹੁੰਦੇ ਸੀ ਨਾ। ਜੀ ਜੀ, ਦੋਵੇਂ ਗੱਲਾਂ ਸਨ। ਅੱਛਾ, ਤੇ ਅੱਜ ਹੁਣ ਜਦੋਂ ਅਸੀਂ ਲਿਖ ਰਹੇ ਹਾਂ, ਤੇ ਹੁਣ ਵੀ ਇਹ ਮਸਲਾ ਹੈ ਕਿ ਅਸੀਂ ਜਿਹੜੀ ਕਨਸੈਪਚੁਅਲ ਜਿਹੜੇ ਕਾਨਸੈਪਟਸ ਨੇ, ਉਹਨਾਂ ਨੂੰ ਹੁਣ ਅਸੀਂ ਕਿਵੇਂ ਐਕਸਪ੍ਰੈਸ ਕਰੀਏ। ਮਿਸਾਲ, ਮੈਂ ਹੋਈ ਤੁਹਾਨੂੰ ਇੱਕ ਮਿਸਾਲ ਜਿਹੜੀ ਤੁਹਾਨੂੰ ਅੱਜ ਮੈਂ ਦਿੱਤੀ ਹੈ ਕਿ ਐਬਸੋਲੂਟਿਜ਼ਮ। ਕੀ ਕਹੋਗੇ ਐਬਸੋਲੂਟਿਜ਼ਮ? ਮਤਲਬ ਫਾਰਸੀ ਤੇ ਅਰਬੀ ਵਿੱਚ ਤੇ ਲਫ਼ਜ਼ ਹੈਗੇ ਨੇ, ਕਿਉਂਕਿ ਫਾਰਸੀ ਤੇ ਅਰਬੀ ਵਿੱਚ ਫਲਸਫਾ ਲਿਖਿਆ ਗਿਆ ਹੈ ਕਾਫੀ, ਤੇ ਪੰਜਾਬੀ ਵਿੱਚ ਇਸ ਤਰ੍ਹਾਂ ਫਲਸਫਾ ਨਹੀਂ ਲਿਖਿਆ ਗਿਆ ਜਿਵੇਂ। ਤੇ ਹੁਣ ਇਹ ਤੁਸੀਂ ਦੱਸੋ ਕਿ ਤੁਹਾਡੇ ਦਿਨ 'ਚ ਕੀ ਆਉਂਦਾ ਐਬਸੋਲੂਟਿਜ਼ਮ ਦਾ ਜਿਹੜਾ ਪੈਰਲਲ ਪੰਜਾਬੀ 'ਚ ਲਫ਼ਜ਼ ਕੀ ਹੋਏਗਾ? ਮੈਨੂੰ ਤਾਂ ਲੱਗਾ ਕਿ ਉੱਕਾ ਜਿਹੜਾ ਹੈ ਨਾ, ਇਹ ਸਾਡਾ ਐਕਸਪ੍ਰੈਸ਼ਨ ਹੈ
ਕਿਸੇ ਐਬਸੋਲੂਟ ਨੂੰ ਕਹਿਣ ਦਾ। ਹਾਂ ਕਿ ਉੱਕਾ ਹੀ ਉਹਦੇ ਕੋਲ ਪੱਲੇ ਕੁਛ ਹੈ ਨਹੀਂ। ਹਾਂਜੀ, ਤੇ ਜਾਂ- ਗੱਲ ਇਹ ਕੀ ਹੈ ਕਿ ਜਦੋਂ ਇੱਕ ਲਫ਼ਜ਼ 2000 ਵਾਰੀ ਉਹਨੂੰ ਵਰਤੋਗੇ ਨਾ ਤੇ ਜੀ ਉਹ ਆਪੇ ਹੀ ਇੱਕ ਟਰਮ ਬਣ ਜਾਏਗੀ। ਬਣ ਜਾਂਦੀ, ਬਿਲਕੁਲ ਬਿਲਕੁਲ। ਵੈਸੇ ਵੀ ਕਿਤਾਬ ਲਿਖਣ ਲੱਗਿਆ ਅਗਰ ਤੁਸੀਂ ਜਿਹੜੀ ਟਰਮਸ ਜਾਂ ਤਰਕੀਬ ਇਸਤੇਮਾਲ ਕੀਤੀ ਹੋਵੇ ਨਾ ਉਹਦੇ ਬਾਰੇ ਚ ਐਕਸਪਲੇਨੇਸ਼ਨ ਮੇਰਾ ਖਿਆਲ ਅਖੀਰ ਚ ਦੇ ਦਿਆ ਕਰੋ। ਨਹੀਂ, ਕਿਉਂਕਿ ਮੇਰਾ ਖਿਆਲ ਹੈ ਬਹੁਤ ਮੈਂ ਇਸ ਵਾਰੀ ਸੋਚਿਆ ਕਿ ਮੈਂ ਫੁੱਟ ਨੋਟਸ ਦੇ ਦਿਆਂਗਾ। ਹਾਂਜੀ ਬਿਲਕੁਲ ਸਹੀ ਹੈ ਕਿਉਂਕਿ ਨਵੀਆਂ ਨੇ ਔਰ ਜ਼ਾਹਰ ਹੈ ਹਰ ਆਦਮੀ ਉਹਦਾ ਕਨਸੈਪਟ ਕਲੀਅਰ ਹੋਣ ਵਾਸਤੇ ਬੜਾ ਜ਼ਰੂਰੀ ਹੁੰਦਾ ਹੈ ਕਿ ਉਹ ਪਤਾ ਨਹੀਂ, ਹੋਵੇ ਕਿ ਮੇਰਾ ਇਸ ਵਾਰੀ ਮੈਂ ਸੋਚਿਆ ਕਿ ਜਿੱਥੇ ਮੈਂ ਨਵੀਂ ਟਰਮ ਘੜੀ ਹੈ ਨਾ ਉਹਦੇ ਫਿਰ ਫੁੱਟ ਨੋਟ ਦੇ ਵਿੱਚ ਉਹਨੂੰ ਬਿਆਨ ਕਰ ਦਾਂਗਾ ਕਿ ਇਹ ਮੈਂ ਕਿਉਂ ਘੜੀ ਹੈ। ਨਹੀਂ ਇਸੇ ਕਰਕੇ ਮੈਂ ਆਪਣੀ ਕਿਤਾਬ ਦੇ ਆਖਿਰ ਚ ਮੇਰੇ ਖਿਆਲ 15 ਪੇਜ ਦੀ ਲਫ਼ਜ਼ਾਂ ਦਿੱਤੀ ਆ ਦਿੱਤੀ ਹੈ ਤੁਸੀਂ, ਲੇਕਿਨ ਮੈਂ ਜਿਹੜੀ ਹੈ ਨਾ ਇਹ ਜਿਹੜੀ ਰਾਣਾ ਸਾਹਿਬ ਨੇ ਕਿਹਾ, ਮੇਰੇ ਖਿਆਲ ਮੈਂ ਫੁੱਟ ਨੋਟ ਤਾਂ ਕਿ ਨਾਲ ਦੀ ਨਾਲ ਹੋ ਜਾਏ, ਦੈਟਸ ਬੈਟਰ। ਨਾ ਤਾਂ ਕਿ ਫੌਰਨ ਬੰਦਾ ਥੱਲੇ ਦੇਖ ਲਵੇ ਕਿ ਲਫ਼ਜ਼ ਕਿੱਥੋਂ ਆਇਆ ਜੀ। ਔਰ ਖਾਸ ਤੌਰ ਤੇ 2-4-5 ਕਿਤਾਬਾਂ ਤੋਂ ਬਾਅਦ ਤੇ ਇੱਕ ਟਰਮੀਨੋਲੋਜੀ ਦੀ ਟਰਮਸ ਦੀ ਕਿਤਾਬ ਵੀ ਛਾਪੀ ਜਾ ਸਕਦੀ ਤਾਂ ਕਿ ਬਾਅਦ ਚ ਆਉਣ ਵਾਲੇ ਜਿਹੜੇ ਨੇ ਉਹਨੂੰ ਰਿਪੀਟਡਲੀ ਯੂਜ਼ ਕਰਨ ਜਾਂ ਇੰਪਰੂਵ ਕਰਨ ਬਿਲਕੁਲ ਬਿਲਕੁਲ ਬਿਲਕੁਲ। ਇਹ ਕੰਮ ਜਿਹੜੇ ਨੇ ਇਹ ਕਰਨਾ ਹੈ, ਹੁਣ ਅਗਲੇ ਸਾਲ ਕਰਾਂਗੇ ਨਹੀਂ ਇਹ ਕਰਨ ਵਾਲੇ ਆ। ਨਹੀਂ ਕਰਕੇ ਜਾਵਾਂਗੇ, ਅਜੇ ਤੇ ਹੈ ਬਖਤਾਰ ਜਸਪਾਲ। ਡਾਕਟਰ ਸਾਹਿਬ ਮੇਰੀ ਇੱਕ ਰਿਕੁਐਸਟ ਹੈ ਕਿ ਜਿਵੇਂ ਤੁਸੀਂ ਪੜਾਉਨੇ ਹੋ ਤੇ ਤੁਸੀਂ ਆਪਣੀ ਜਦੋਂ ਕਿਤਾਬ ਥੋੜੀ ਖਤਮ ਹੋ ਜਾਏਗੀ ਨਾ ਇੱਕ ਵਾਰੀ ਤੇ ਤੁਸੀਂ ਇਹਦੀ ਇੱਕ ਆਡੀਓ ਬੁੱਕ ਬਣਾਓ, ਠੀਕ ਹੈ? ਅੱਛਾ। ਤੇ ਕਿਉਂਕਿ ਮੇਰਾ ਜੋ ਪ੍ਰੈਕਟੀਕਲ ਤਜਰਬਾ ਇਹ ਰਿਹਾ ਕਿਉਂਕਿ ਹੁਣ ਅਸੀਂ ਸਾਰੇ ਪੰਜਾਬੀ ਪ੍ਰਦੇਸਾਂ 'ਚ ਬੈਠੇ ਹਾਂ ਤੇ ਕਿਉਂਕਿ ਆਪਣੀ ਜ਼ੁਬਾਨ ਵੰਡੀ ਜਾ ਚੁੱਕੀ ਹੈ ਔਰ ਤੁਸੀਂ ਇਹ ਹੁਣ ਸ਼ਾਹਮੁਖੀ 'ਚ ਲਿਖ ਰਹੇ ਹੋ, ਮੈਂ ਸੋਚ ਰਹੀ ਹਾਂ, ਰਾਈਟ? ਆਹੋ। ਹਾਂਜੀ, ਤੇ ਮਤਲਬ ਹੁਣ ਸਾਡੇ ਵਰਗੇ ਕੋਈ ਗਿਣਵੇਂ ਚੁਣਵੇਂ ਲੋਕ ਹੈ ਜਿਹੜੇ ਸ਼ਾਹਮੁਖੀ ਵੀ ਪੜ੍ਹ ਲੈਂਦੇ ਆ ਤੇ ਗੁਰਮੁਖੀ ਵੀ ਪੜ੍ਹ ਲੈਂਦੇ ਆ, ਪਰ ਐਟ ਦੀ ਐਂਡ ਆਫ ਦ ਡੇ ਹੁਣ ਮੇਰੀ ਸ਼ਾਹਮੁਖੀ ਇੰਨੀ ਸਟਰੋਂਗ ਨਹੀਂ ਹੈ ਕਿ ਮੈਂ ਕੋਈ ਵੀ ਕਿਤਾਬ ਤ੍ਰਿੰਜਣ ਪਬਲਿਸ਼ਰਸ ਦੀ ਖੋਲ ਕੇ ਤੇ ਮੈਂ ਦਵਾ ਦਵ ਪੜ੍ਹ ਲੂੰਗੀ। ਮੇਰੇ ਵਾਸਤੇ ਇੱਕ ਬਹੁਤ ਸਟਰਗਲ ਹੈ ਉਹਨੂੰ ਪੜ੍ਹਨਾ, ਰਾਈਟ? ਨਹੀਂ, ਮੈਂ ਇਹਨੂੰ ਰਿਕਾਰਡ ਕਰ ਦਿਆਂਗਾ। ਚਲੋ ਗੱਲ ਮੁੱਕ। ਹਾਂਜੀ, ਇਹ ਜ਼ਰੂਰ ਹਾਂ ਕਰਿਓ। ਬਿਲਕੁਲ ਮੈਂ ਰਿਕਾਰਡ ਕਰ ਦਿਆਂ। ਇੱਕ ਗੱਲ ਦੱਸੋ ਮੈਨੂੰ ਕਿ ਜਿਹੜੀ ਆਪਣੀ ਟੈਂਡੈਂਸੀ ਆ, ਮਤਲਬ ਸੋਚਣ ਵਾਲਿਆਂ ਦੀ, ਜਾਂ ਕੋਈ ਪੋਇਟਰੀ ਪੜ੍ਹਦੇ ਆ ਕਿਸੇ ਬਾਰੇ, ਸਾਡੀ ਟੈਂਡੈਂਸੀ ਆ ਕਿ ਹਰ ਇੱਕ ਲਫ਼ਜ਼ ਦੇ ਜਾਂ ਹਰ ਇੱਕ ਲਾਈਨ ਦੇ ਅਲੱਗ ਤੋਂ ਅਲੱਗ ਮਤਲਬ ਕੱਢਣ ਦੀ ਕੋਸ਼ਿਸ਼ ਕਰੀਏ, ਗਹਿਰਾਈ ਤਾਈਂ ਪਹੁੰਚੀਏ, ਵਰਸਸ ਕਿ ਜੋ ਐਕਚੁਅਲੀ ਸ਼ਾਇਰ ਕਹਿਣਾ ਚਾਹੁੰਦਾ, ਰਿਐਲਿਟੀ ਜੋ ਕਹਿਣਾ ਚਾਹੁੰਦਾ, ਉਹਦੇ ਨਾਲ ਵੀ ਤੇ ਗੱਲ ਬੜੀ ਡਾਇਲੂਟ ਹੋ ਜਾਂਦੀ ਹੈ, ਅਲੱਗ ਤੋਂ ਅਲੱਗ ਪਾਸੇ ਗੱਲ ਚਲੀ ਜਾਂਦੀ ਹੈ। ਗ੍ਰੰਥ ਸਾਹਿਬ ਹੀ ਲੈ ਲਓ। ਨਹੀਂ, ਲੇਕਿਨ ਅਮਰਜੀਤ ਜੀ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਇਹ ਕਿਵੇਂ ਪਤਾ ਕਿ ਸ਼ਾਇਰ ਇਹ ਕਹਿਣਾ ਚਾਹੁੰਦਾ ਸੀ? ਉਹ ਨਹੀਂ ਨਾ ਪਤਾ, ਉਹ ਤਾਂ ਪਤਾ ਨਹੀਂ ਬਿਲਕੁਲ। ਤੇ ਇਸੇ ਵਾਸਤੇ ਲੋਕੀ ਉਹਦੀ ਮੁਖਤਲਿਫ ਇੰਟਰਪ੍ਰੀਟੇਸ਼ਨਸ ਕਰਦੇ ਨੇ ਨਾ, ਉਹਦੀ ਗਹਿਰਾਈ ਦੇ ਵਿੱਚ ਇਸੇ ਲਈ ਜਾਂਦੇ ਨੇ ਨਾ, ਕਿਸੇ ਨੂੰ ਪਤਾ ਨਹੀਂ ਹੈਗਾ। ਔਰ ਦੂਜੀ ਗੱਲ ਇਹ ਹੈਗੀ ਹੈ ਕਿ ਬਾਅਦ ਵੇਲੇ ਇਹ ਵੀ ਹੋ ਸਕਦਾ ਕਿ ਸ਼ਾਇਰ ਨੂੰ ਜਿੰਨਾ ਪਤਾ ਹੈ ਆਪਣੀ ਗੱਲ ਕਹੀ ਹੋਈ ਦਾ, ਉਹ ਗੱਲ ਉਸ ਤੋਂ ਜ਼ਿਆਦਾ ਗਹਿਰੀ ਕਹਿ ਗਿਆ ਹੋਵੇ। ਬਿਲਕੁਲ ਹੋ ਸਕਦਾ। ਯਾਨੀ ਲੋਕ ਜਿੰਨੀ ਗਹਿਰਾਈ ਚ ਇੰਟਰਪ੍ਰੇਟ ਕਰਦੇ ਨੇ ਤੇ ਸ਼ਾਇਰ ਹੋ ਸਕਦਾ ਕੋਈ ਸਤਹੀ ਗੱਲ ਕਹਿ ਕੇ ਬੈਠਾ ਹੋਵੇ, ਉਹਦੇ ਖਿਆਲ ਦੇ ਵਿੱਚ ਇੱਕ ਆਮ ਗੱਲ ਹੋਵੇ, ਲੇਕਿਨ ਉਹ 4 ਸਦੀਆਂ ਬਾਅਦ ਪੜ੍ਹੀ ਗਈ ਤੇ ਉਹਦੇ ਮਤਲਬ ਬਿਲਕੁਲ ਗਹਿਰੇ ਹੋ ਗਏ। ਬਿਲਕੁਲ ਸਹੀ। ਨਾਲ ਇੱਕ ਗੱਲ ਹੋਰ ਹੁੰਦੀ, ਜਿਹੜੀ ਲਿਖਤ ਹੁੰਦੀ ਆ ਨਾ, ਇਹਦੀ ਫਿਰ ਆਪਣੀ ਜ਼ਿੰਦਗੀ ਹੋ ਜਾਂਦੀ ਹੁੰਦੀ ਹੈ। ਬਿਲਕੁਲ, ਐਗਜ਼ੈਕਟਲੀ ਇਹ ਗੱਲ ਸਹੀ ਹੈ ਕਿ ਲਫ਼ਜ਼ ਨਹੀਂ ਹੁੰਦੇ ਕੁਝ ਵੀ ਚੀਜ਼ ਜੋ ਤੁਸੀਂ ਉਹਨਾਂ ਚੋਂ ਇੰਟਰਪ੍ਰੇਟ ਕਰਦੇ ਹੋ, ਜੋ ਤੁਹਾਨੂੰ ਸਮਝ ਆਉਂਦੀ, ਦੈਟਸ ਦੀ ਓਨਲੀ ਮੀਨਿੰਗ। ਬਲਕਿ ਯੂਰਪ ਦਾ ਇੱਕ ਪੂਰਾ ਫਿਲਾਸਫੀ ਦਾ ਡਿਸਪਲਿਨ ਹੀ ਬਣ ਗਿਆ ਹਰਮੈਨਿਊਟਿਕਸ, ਇੰਟਰਪ੍ਰੀਟੇਸ਼ਨ, ਸਾਇੰਸ ਆਫ ਇੰਟਰਪ੍ਰੀਟੇਸ਼ਨ। ਕਿ ਤੁਸੀਂ ਕਿਸੇ ਲਿਖਤ ਨੂੰ ਕਿੱਦਾਂ ਇੰਟਰਪ੍ਰੇਟ ਕਰਦੇ ਆ। ਬਿਲਕੁਲ। ਮਤਲਬ ਇਹ ਜਿਹੜਾ ਹੁਣ ਮੈਂ ਕਰ ਰਿਹਾ ਨਾ, ਇਹ ਵੀ ਹੁਣ ਮੈਂ ਜਿਹੜੀ ਹੈ ਉਹ ਇੰਟਰਪ੍ਰੇਟ ਬੇਸਿਕਲੀ, ਤੇ ਮੈਂ ਮੁਖਤਲਿਫ ਸ਼ਾਇਰਾਂ ਨੂੰ ਇੰਟਰਪ੍ਰੇਟ ਵੀ ਤੇ ਕਰਨਾ ਨਾ ਨਾਲ। ਜੀ। ਅੱਛਾ, ਹੁਣ ਜਿਹੜਾ ਮਸਲਾ ਹੈਗਾ ਕਿ ਜੇ ਮੈਂ ਕਮ ਸੇ ਕਮ ਮੇਰੇ ਕੋਲ ਪੈਰਾਮੀਟਰਸ ਤੈਅ ਹੋਣੇ ਚਾਹੀਦੇ ਨੇ
10 ਜਾਂ 8 ਜਾਂ 10 ਜਾਂ 15 ਜਾਂ ਜਿੰਨੇ ਵੀ ਨੇ, ਜਿਨ੍ਹਾਂ ਦੇ ਉੱਤੇ ਮੈਂ ਉਹਨਾਂ ਨੂੰ ਇੰਟਰਪ੍ਰੈਟ ਕਰਾਂ ਤੇ ਉਹਨਾਂ ਨੂੰ ਮੇਜਰ ਕਰਾਂ। ਬਿਲਕੁਲ। ਅੱਛਾ, ਮਿਸਾਲ ਮੈਂ ਇਹ ਆਪਣਾ ਜਿਹੜਾ ਸੰਡੇ ਨੂੰ ਪੜ੍ਹਨਾ ਹੈ ਨਾ, ਉਹਦੇ ਵਿੱਚ ਥੋੜਾ ਜਿਹਾ ਇੱਥੇ ਉੱਤੇ ਸ਼ਾਇਦ ਮੈਂ ਇੱਥੇ ਜ਼ਿਆਦਾ ਗੱਲ ਕਰਾਂਗਾ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਦੇਖੋ ਕਿ ਸੰਸਾਰ ਦਾ ਕਨਸੈਪਟ ਹੈ, ਠੀਕ। ਹੁਣ ਸੰਸਾਰ ਦੇ ਬਾਰੇ ਚ ਅਸੀਂ ਕਾਫੀ ਗੁਫ਼ਤਗੂ ਕਲਾਸਾਂ ਦੇ ਵਿੱਚ ਕੀਤੀ ਹੈ। ਹੁਣ ਜਦੋਂ ਅਸੀਂ ਜਿਹੜਾ ਪੰਜਾਬੀ ਕੋਈ ਆਈਡੀਆਜ਼ ਦਾ ਐਵੋਲੂਸ਼ਨ ਵੇਖ ਰਹੇ ਹਾਂ, ਤੇ ਅਸੀਂ ਫਿਰ ਇਹ ਵੇਖਣਾ ਹੈ ਕਿ ਇਹ ਜਿਹੜਾ ਸੰਸਾਰ ਦਾ ਕਨਸੈਪਟ ਬਾਬਾ ਫਰੀਦ ਚ ਕਿਵੇਂ ਆਇਆ। ਉਸ ਤੋਂ ਬਾਅਦ ਗੁਰੂ ਨਾਨਕ ਜੀ ਨੇ ਜਦੋਂ ਪੂਰੀ ਪੈਰਾਡਾਈਮ ਸ਼ਿਫਟ ਕੀਤੀ ਹੈ, ਤੇ ਉਹਦੇ ਵਿੱਚ ਸੰਸਾਰ ਦੀ ਕੀ ਸੰਸਾਰ ਨੂੰ ਕਿਵੇਂ ਡਿਫਾਈਨ ਕੀਤਾ, ਠੀਕ। ਫਿਰ ਅੱਗੇ ਜਾ ਕੇ ਕਿਸ ਰੰਗ ਵਿੱਚ ਔਰ ਕਿਸ ਲਿਬਾਸ ਵਿੱਚ ਇਹ ਜਿਹੜਾ ਸੰਸਾਰ ਦੇ ਇੱਕ ਹੋਣ ਦਾ ਕਨਸੈਪਟ ਹੈ, ਉਹ ਸਾਡੀ ਵਿਚਾਰਧਾਰਾ ਵਿੱਚ ਆਉਂਦਾ ਹੈ। ਸਮਝਿਆ ਨਾ ਗੱਲ ਨੂੰ, ਕਿ ਤੁਸੀਂ ਇੱਕ ਕਨਸੈਪਟ ਦਾ ਸ਼ੁਰੂ ਲੈਂਦੇ ਹੋ ਔਰ ਫਿਰ ਉਹਦੇ ਉੱਤੇ ਦੇਖਦੇ ਹੋ ਵਾਧੇ ਕਿਵੇਂ ਹੁੰਦੇ ਗਏ। ਕੋਈ ਸਵਾਲ? ਨਹੀਂ, ਜਿੱਕੂ ਮੈਂ ਇੱਕ ਐਗਜ਼ਾਮਪਲ ਦੇਣਾ ਡਾਕਟਰ ਸਾਹਿਬ, ਬਹੁਤ ਵਧੀਆ ਗੱਲ ਕੀਤੀ ਤੁਸੀਂ। ਜਿੱਕੂ ਆਪਾਂ ਪਿਛਲੀ ਵਾਰ ਕਰ ਰਹੇ ਸੀ ਕਨਸੈਪਟ ਜਿਹੜਾ ਦੁੱਖ ਹੈ, ਇਹਦਾ ਲਿਟਰਲ ਮੀਨਿੰਗ ਤਾਂ ਇਹ ਹੈ ਕਿ ਮਾੜਾ ਖਾਣਾ ਜਾਂ ਘੱਟ ਖਾਣਾ, ਦੁੱਖਾ। ਉਹ ਫਿਰ ਇੱਕ ਮੈਟਾਫਰ ਬਣ ਜਾਂਦਾ। ਬਿਲਕੁਲ। ਪੂਰਾ ਇੱਕ ਕੋਸਮੋਲੋਜੀਕਲ ਤੇ ontological ਬੰਦੇ ਦੀ ਐਗਜ਼ਿਸਟੈਂਸ ਬਾਰੇ। ਬਿਲਕੁਲ ਬਿਲਕੁਲ ਬਿਲਕੁਲ। ਤੇ ਇਸੇ ਤਰ੍ਹਾਂ ਜਿਹੜਾ ਲਫ਼ਜ਼ ਸੁੱਖ ਹੈਗਾ ਕਿ ਚੰਗਾ ਖਾਣਾ, ਆਹੋ, ਇਹ ਸਾਨੂੰ ਇਹ ਦੱਸਦੇ ਆ ਕਿ ਇਹ ਜਿਹੜੇ ਲਫ਼ਜ਼ ਹੈ ਉਸ ਵੇਲੇ ਤੋਂ ਆ ਰਹੇ ਆ ਜਦੋਂ ਬੰਦੇ ਨੂੰ ਆਪਣੇ ਖੁਰਾਕ ਦੀ ਬਹੁਤ ਫਿਕਰ ਸੀਗੀ ਜੀ। ਦੇਖੋ ਨਾ ਤੁਸੀਂ ਜਾ ਕੇ ਉਹ ਕਿਵੇਂ ਮੈਟਾਫਰ ਬਣ ਗਏ। ਬਿਲਕੁਲ, ਜਦੋਂ ਮਤਲਬ ਉਹਦੀ ਫਿਰ ਆਪਣੀ ਉਹ ਮੈਟਾਫਰ ਦੀ ਇੱਕ ਆਪਣੀ ਜ਼ਿੰਦਗੀ ਹੋ ਗਈ ਆ। ਦੇਖੋ ਨਾ, ਹੁਣ ਤੁਸੀਂ ਅਗਰ ਬਾਬਾ ਫਰੀਦ ਨੂੰ ਪੜ੍ਹੋ, ਬਾਬਾ ਫਰੀਦ ਦੇ ਸਾਰੇ ਦੋਹੇ ਪੜ੍ਹ ਲਓ, ਤੇ ਉਹਨਾਂ ਵਿੱਚ ਤੁਹਾਨੂੰ ਸੰਸਾਰ ਦੀ ਏਕਤਾ ਬਾਰੇ ਇਨਡਾਇਰੈਕਟ ਇਸ਼ਾਰੇ ਤੇ ਮਿਲਣਗੇ। ਬਿਲਕੁਲ। ਲੇਕਿਨ ਡਾਇਰੈਕਟਲੀ ਡਿਫਾਈਨ ਨਹੀਂ ਹੁੰਦਾ ਉਹਦੇ ਵਿੱਚ। ਬਿਲਕੁਲ, ਕਿਉਂਕਿ ਬਾਬਾ ਵੀ ਰਮਜ਼ਾਨ ਚ ਵੀ ਲਿਖ ਰਹੇ ਆ ਨਾ। ਰਮਜ਼ ਚ ਲਿਖ ਰਿਹਾ ਹੈ। ਦੂਜੀ ਗੱਲ ਇਹ ਹੈ ਜਸਪਾਲ, ਕਿ ਬਾਬੇ ਦੀ ਜਿਹੜੀ ਸਰਾਊਂਡਿੰਗ ਹੈ ਉਹ ਆਲਮੋਸਟ ਇੱਕ ਬਿਟਵੀਨ ਫੂਡ ਗੈਦਰਿੰਗ ਔਰ ਬੈਕਵਰਡ ਵਾਈ ਬੀਜੀ ਦੀ ਹੈ। ਜੀ ਅਰਲੀ ਸਟੇਜ ਆਫ ਐਗਰੀਕਲਚਰ ਦੀ ਹੈ। ਕਿਉਂਕਿ ਬਾਬਾ ਜਿਹੜਾ ਆਪਣਾ ਖਾਜਾ ਨਿਜ਼ਾਮੁਦੀਨ ਔਲੀਆ ਜਿਹੜਾ ਕਹਿੰਦਾ ਹੈ, ਉਹ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਬਾਬਾ ਹੈ ਉਹਨਾਂ ਦੀ ਦਰਗਾਹ ਜਿਹੜੀ ਹੈ ਉਹਦੇ ਉੱਤੇ ਜਿਹੜੇ ਰੋਜ਼ ਡੇਲੇ ਉਬਾਲ ਕੇ ਖਾਦੇ ਜਾਂਦੇ ਸਨ ਜੀ। ਤੇ ਡੇਲੇ ਜਿਹੜੇ ਨੇ ਉਹ ਜੰਗਲ ਚ ਹੁੰਦੇ ਨੇ ਜੀ, ਮਤਲਬ ਜੰਗਲ ਚੋਂ ਡੇਲੇ ਇਕੱਠੇ ਕਰਕੇ ਲਿਆਉਂਦੇ ਸਨ ਮਰੀਜ਼, ਤੇ ਉਹ ਉਬਾਲੇ ਜਾਂਦੇ ਸਨ। ਤੇ ਉਹ ਇੰਨੇ ਨਹੀਂ ਸੀ ਹੁੰਦੇ ਕਿ ਢਿੱਡ ਭਰ ਜਾਵੇ। ਤੇ ਉਹ ਖਾਜਾ ਨਿਜ਼ਾਮੁਦੀਨ ਕਹਿੰਦੇ ਨੇ ਕਿ ਜਿਸ ਦਿਨ ਢਿੱਡ ਭਰ ਕੇ ਡੇਲੇ ਉਬਾਲੇ ਹੋਏ ਮਿਲ ਜਾਂਦੇ ਸਨ ਨਾ, ਤੇ ਉਹ ਦਿਨ ਈਦ ਦਾ ਹੁੰਦਾ ਸੀ। ਬਿਲਕੁਲ, ਉਹ ਦਿਨ ਫਿਰ ਸੁੱਖ ਦਾ ਹੁੰਦਾ ਸੀ। ਅੱਛਾ, ਫਿਰ ਤੁਸੀਂ ਦੇਖੋ ਕਿ ਤੁਸੀਂ ਉਹਦੇ ਵਿੱਚ ਜਿਹੜੀ ਸੁਸਾਇਟੀ ਦੀ ਉਸ ਵੇਲੇ ਹਾਲਤ ਹੈ ਉਹਦੇ ਮੁਤਾਬਕ ਹੀ ਉਹਨਾਂ ਨੇ ਕਹਿਣਾ ਹੈ ਨਾ ਜੀ। ਤੇ ਹੁਣ ਤੁਸੀਂ ਦੇਖੋ ਕਿ ਉਹਨਾਂ ਦੀ ਜਿਹੜੀ ਇਮਾਰਤ ਤੇ ਗੁਰਬਤ ਦੀ ਜਿਹੜੀ ਮਿਸਾਲ ਹੈ, ਉਸ ਜ਼ਮਾਨੇ ਦੀ ਜਿਹੜੀ ਉਹ ਵਰਤ ਰਹੇ ਨੇ, ਉਹ ਹੈਗਾ ਇੱਕ ਨਾ ਆਟਾ ਅਗਲਾ, ਇੱਕ ਨਾ ਹੀ ਲੂਣ ਨਾ ਹੀ ਨੂਣ, ਅੱਗੇ ਪਏ ਸਜਾਨਸਣ ਚੋਟਾਂ ਖਾਸੀ ਪਾਉਣੀ। ਯਾਨੀ ਕਈਆਂ ਕੋਲ ਆਟਾ ਹੈਗਾ ਤੇ ਕਈਆਂ ਕੋਲ ਨਹੀਂ ਹੈਗਾ, ਕਈਆਂ ਕੋਲ ਲੂਣ ਵੀ ਨਹੀਂ ਹੈ, ਠੀਕ। ਜਾਂ ਇੱਕ ਉਹਨਾਂ ਦਾ ਜਿਹੜਾ ਦੂਜਾ ਦੋਹਾ ਇਸ ਤਰ੍ਹਾਂ ਦਾ ਹੈਗਾ, ਉਹ ਵੀ ਉਹਦੇ ਵਿੱਚ ਵੀ
ਹਾਂ ਉਹ ਜੇ ਕੀ ਉਹ ਜਿਹੜਾ ਹੈਗਾ ਮਾਖਿਓ ਦੁੱਧ ਹਾਂ ਹਾਂ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਦੁੱਧ ਸਭੇ ਵਸਤਾਂ ਮਿੱਠੀਆਂ ਰੱਬ ਨਾ ਪੂਜਣ ਤੁਧ। ਠੀਕ ਹੈ। ਅੱਛਾ ਹੁਣ ਇਹਦੇ ਵਿੱਚ ਵੀ ਤੁਸੀਂ ਦੇਖੋ ਕਿ ਜਿਹੜੀਆਂ ਚੀਜ਼ਾਂ ਉਹਨਾਂ ਨੇ ਜ਼ਿਕਰ ਕੀਤਾ ਹੈ ਉਹ ਜਾਂ ਤੇ ਜੰਗਲ ਤੋਂ ਆ ਰਹੀਆਂ ਨੇ ਤੇ ਜਾਂ ਉਹ ਬੜੀਆਂ ਸਿੰਪਲ ਲੈਵਲ ਤੇ ਬਣ ਰਹੀਆਂ ਨੇ। ਠੀਕ। ਅੱਛਾ ਹੁਣ ਤੁਸੀਂ ਉਹ ਇੱਕ ਜਿਹੜੀ ਗੁਰਬਤ ਤੇ ਇਮਾਰਤ ਦਾ ਜਿਹੜਾ ਫਰਕ ਦਾਰ ਹੋ ਰਿਹਾ ਹੈ ਬਾਬਾ ਫਰੀਦ ਦੇ ਵਿੱਚ, ਉਹ ਤੁਸੀਂ ਉਹਨੂੰ ਵੇਖੋ ਹੁਣ। ਠੀਕ। ਹੁਣ ਤੁਸੀਂ ਆ ਜਾਓ ਵਾਰਿਸ ਸ਼ਾਹ ਤੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿੱਥੇ ਹੀਰ ਦਾ ਵਿਆਹ ਹੁੰਦਾ ਹੈ ਉੱਥੇ ਜਿਹੜੇ ਪੂਰੇ ਜ਼ੇਵਰਾਂ ਦੀ ਲਿਸਟ ਆਉਂਦੀ ਹੈ, ਜਿਹੜੀ ਕੱਪੜਿਆਂ ਦੀ ਲਿਸਟ ਆਉਂਦੀ ਹੈ, ਜਿਹੜੀ ਖਾਣਿਆਂ ਦੀ ਲਿਸਟ ਆਉਂਦੀ ਹੈ, ਕਿ ਵਾਰਿਸ ਸ਼ਾਹ ਤੇ ਇਹ ਨਹੀਂ ਕਹਿ ਰਿਹਾ ਕਿ ਉਹ ਪੇਂਡੂ ਬੰਦੇ ਆ ਖਾ ਰਹੇ ਸਨ। ਵਾਰਿਸ ਸ਼ਾਹ ਤੇ ਤੁਹਾਨੂੰ ਇਹ ਦੱਸ ਰਿਹਾ ਕਿ ਰੂਲਿੰਗ ਕਲਾਸ ਕੀ ਖਾਂਦੀ ਹੈ। ਰੂਲਿੰਗ ਕਲਾਸ ਕਿਹੜੇ ਕੱਪੜੇ ਪਾਉਂਦੀ ਹੈ ਤੇ ਕਿਹੜੇ ਜ਼ੇਵਰ ਪਾਉਂਦੀ ਹੈ, ਤੇ ਉਹ ਜਿਹੜੇ ਨੇ ਉਹ ਬਹੁਤ ਹੀ ਐਡਵਾਂਸ ਨੇ ਉਹ। ਸੋ ਇਹ ਉਹ ਪੈਰਾਮੀਟਰਸ ਨੇ ਜਿਨ੍ਹਾਂ ਨੂੰ ਮੈਂ ਆਪਣੇ ਸਾਹਮਣੇ ਰੱਖ ਰਿਹਾ ਕਿ ਕਿਵੇਂ ਅੱਗੇ ਵਧਣਾ ਹੈ। ਹਾਂਜੀ ਅੱਛਾ ਹੋਰ ਕੋਈ ਜਸਪਾਲ ਜੀ ਤੇ ਤੁਸੀਂ ਬਾਕੀ ਦੱਸੋ ਕਿ ਕੋਈ ਜਿਹੜੀ ਵਿਚਾਰਧਾਰਾ ਦੀ ਜਿਹੜੀ ਐਵੋਲੂਸ਼ਨ ਹੈ ਉਹਦੇ ਸਮਝਣ ਦੇ ਵਿੱਚ ਕੋਈ ਜਿਹੜੇ ਮੈਂ ਮਸਲੇ ਐਨਲਿਸਟ ਕੀਤੇ ਨੇ ਇਹਨਾਂ ਤੋਂ ਇਲਾਵਾ ਕੋਈ ਮਸਲਾ ਤੁਹਾਨੂੰ ਮੈਂ ਇਹ ਕੀਤੇ ਨੇ। ਪਹਿਲਾਂ ਤਾਂ ਮੈਂ ਲਫ਼ਜ਼ਾਲੀ ਭੁਲੇਖੇ ਕੀਤੇ ਨੇ। ਠੀਕ ਹੈ। ਉਸ ਤੋਂ ਬਾਅਦ ਫਿਰ ਦੂਜੇ ਭੁਲੇਖੇ ਮੈਂ ਦੱਸੇ ਨੇ ਤੇ ਇਸ ਤੋਂ ਇਲਾਵਾ ਤੁਹਾਡੇ ਜ਼ਿਹਨ 'ਚ ਕੋਈ ਅਗਰ ਆਉਂਦਾ ਹੋਵੇ ਤਾਂ ਤੁਸੀਂ ਮੈਨੂੰ ਦੱਸ ਦਿਓ। ਡਾਕਟਰ ਸਾਹਿਬ ਕਿਸੇ ਅਗਰ ਸ਼ੇਅਰ ਕਰ ਦਿਓ ਨਾ ਤੁਸੀਂ ਲਿਖਿਆ ਹੈ ਆਪਣਾ ਤੇ ਜ਼ਾਹਰ ਹੈ ਉਹ ਫਿਰ ਗੌਰ ਕਰਨ ਤੇ ਮੌਕਾ ਮਿਲ ਸਕਦਾ ਹੈ ਕੱਲ। ਨਹੀਂ ਉਹ ਅਜੇ ਕਿਉਂਕਿ ਮੈਂ ਕਿਤਾਬ ਲਿਖ ਰਿਹਾ ਇਸ ਲਈ ਮੈਂ ਸ਼ੇਅਰ ਨਹੀਂ ਕਰ ਸਕਦਾ। ਓਕੇ ਫਿਰ ਜਦੋਂ ਇਹ ਕੰਪਲੀਟ ਹੋ ਜਾਏਗੀ ਤੇ ਫਿਰ ਉਹ ਸ਼ੇਅਰ ਹੋਏਗੀ। ਨਹੀਂ ਉਹ ਇਹੀ ਲਫ਼ਜ਼ਾਲੀ ਜਿਹੜੇ ਭੁਲੇਖੇ ਨੇ ਨਾ ਇਹ ਤੇ ਕਮ ਸੇ ਕਮ ਚੰਦ ਪੁਆਇੰਟ ਮਤਲਬ ਹੋ ਸਕਦੇ ਨੇ। ਉਹ ਮੈਂ ਵੈਸੇ ਪੁਆਇੰਟਸ ਲਿਖ ਦਿਆਂਗਾ। ਠੀਕ ਹੈ ਠੀਕ। ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਜਿਹੜੀ ਮੈਂ ਪੰਜਾਬ ਦੀ ਲੋਕ ਤਾਰੀਖ ਲਿਖੀ ਸੀ ਉਹਦੇ ਸ਼ੁਰੂ 'ਚ ਵੀ ਪੰਜਾਬ ਦੀ ਲੋਕ ਤਾਰੀਖ ਸਮਝਣ ਦੇ ਵਿੱਚ ਜਿਹੜੇ ਮੁਸ਼ਕਲਾਂ ਨੇ ਉਹ ਮੈਂ ਲਿਖੀਆਂ ਸਨ। ਹਾਂ ਲਿਸਟ ਕੀਤੀਆਂ ਸੀ ਤੁਸੀਂ ਬਿਲਕੁਲ ਹੈ ਮੈਂ ਲਿਸਟ ਕੀਤੀਆਂ ਸਨ ਤੇ ਇਹਦੇ ਵਿੱਚ ਵੀ ਮੈਂ ਉਹੀ ਕਰ ਰਿਹਾ। ਸਹੀ ਹੈ। ਹਾਂਜੀ ਡਾਕਟਰ ਸਾਹਿਬ ਇਹ ਵੀ ਇੱਕ ਪੁਆਇੰਟ ਹਾਂਜੀ ਮੈਂ ਦੱਸ ਰਿਹਾ ਸੀ ਕਿ ਇੱਕ ਇਹ ਵੀ ਪੁਆਇੰਟ ਹੋ ਸਕਦਾ ਕਿ ਜੋ ਤੁਹਾਡੇ ਕੋਲ ਐਵੀਡੈਂਸ ਜਾਂ ਫੈਕਟ ਹੈ ਹਾਂਜੀ ਉਹਦੀ ਕੀ ਕੁਆਲਿਟੀ ਹੈ, ਕਿਉਂਕਿ ਐਵੀਡੈਂਸ ਪਹਿਲਾਂ ਤੋਂ ਜਿਹੜੇ ਪੁਰਾਣੇ ਨੇ ਉਹਨਾਂ ਦੇ ਵਿੱਚ ਫੈਕਟ ਇੰਨਾ ਜ਼ਿਆਦਾ ਨਹੀਂ, ਔਰ ਨਵੀਆਂ ਜਿਹੜੀਆਂ ਚੀਜ਼ਾਂ ਜਿਨ੍ਹਾਂ 'ਚ ਪ੍ਰਿੰਟਡ ਹੋਇਆ ਜਾਂ ਲਿਖਿਆ ਗਿਆ ਜਾਂ ਜੋ ਤੁਹਾਡੇ ਕੋਲ ਸੋਲਿਡਲੀ ਮਤਲਬ ਤੁਸੀਂ ਦੇਖੀਆਂ ਉਹਨਾਂ ਦਾ ਮੋਰ ਰਿਲਾਇਬਲ ਤੁਸੀਂ ਕਹਿ ਸਕਦੇ ਫੈਕਟ ਹੈ। ਉਹਦਾ ਕੋਈ ਹੈ ਇਸ ਚੀਜ਼ ਦੇ ਵਿੱਚ ਹਿਸਟਰੀ 'ਚ? ਨਹੀਂ ਤੁਸੀਂ ਤੁਸੀਂ ਅੱਛਾ ਪੁਆਇੰਟ ਜਿਹੜਾ ਰੇਜ਼ ਕੀਤਾ ਹੈ ਕਿਉਂਕਿ ਜਿਹੜੀਆਂ ਪਬਲਿਸ਼ ਹੋਈਆਂ ਕਿਤਾਬਾਂ ਸਾਡੇ ਕੋਲ ਪ੍ਰਿੰਟ ਹੋਈਆਂ ਕਿਤਾਬਾਂ ਜਿਨ੍ਹਾਂ ਨੂੰ ਅਸੀਂ ਪੜ੍ਹਨੇ ਆ ਉਹਨਾਂ ਵਿੱਚ ਮਿਸਾਲ ਦੇ ਤੌਰ ਤੇ ਵਾਰਿਸ ਸ਼ਾਹ ਦੇ ਵਿੱਚ ਤੇ ਬਹੁਤ ਹੀ ਰਲੇ ਹੋਏ ਸਨ। ਬੁੱਲੇ ਸ਼ਾਹ ਦੇ ਤੇ ਟੋਟਲ ਰਲਾ ਹੈ। ਮਤਲਬ ਬੁੱਲੇ ਸ਼ਾਹ ਦੇ ਵਿੱਚ ਤੇ 50% ਤੋਂ ਜ਼ਿਆਦਾ ਜਿਹੜੀਆਂ ਬੁੱਲੇ ਸ਼ਾਹ ਦੀਆਂ ਨਹੀਂ ਹੈਗੀਆਂ। ਇਹ ਤੁਹਾਡੀ ਗੱਲ ਸਹੀ ਹੈ ਕਿ ਇਹ ਵੀ ਇੱਕ ਫੈਕਟਰ ਹੈਗਾ ਹੈ ਕਿ ਜਿਹੜਾ ਮਟੀਰੀਅਲ ਤੁਹਾਨੂੰ ਮਿਲਦਾ ਹੈ ਉਸ ਮਟੀਰੀਅਲ ਦੀ ਕੁਆਲਿਟੀ ਕੀ ਹੈਗੀ ਹੈ ਤੇ ਜਿਹੜਾ ਮਟੀਰੀਅਲ ਸਾਨੂੰ ਮਿਲਦਾ ਉਹਦੀ ਕੁਆਲਿਟੀ ਅੱਛੀ ਨਹੀਂ ਹੈਗੀ
यानी मतलब नहीं, ये बहुत अच्छा पॉइंट है। ਉਹ ਮਤਲਬ ਰਿਲਾਇਬਲ ਨਹੀਂ ਹੈ। रिलायबल नहीं है, नहीं बात जगह ते उत्ते ते वो मिसलीडिंग है ना। ਬਿਲਕੁਲ मसल ਤੇ मिसाल दे ਡਾਟਾ 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 ਕੁਆਲਿਟੀ ਦੀ ਗੱਲ ਹੋ ਗਈ, ਡਾਟਾ हाँ, ਜੇ ਬੇਸ ਕਰ ਰਹੇ देखो ना वारिशा ਜਿਹੜਾ ਹੈ ਉਹ ਜੇ ਹੀਰ ਦਾ ਨਕਸ਼ਾ ਬਣਾ ਰਿਹਾ ਹੈ, ਜਿਸ ਤਰ੍ਹਾਂ ਦੀ ਹੀਰ ਦੀ ਪਰਸਨੈਲਿਟੀ ਬਿਲਡ ਕਰ ਰਿਹਾ ਹੈ, ਉਹ ਵਿਆਹ ਕਰਾਉਣ ਤੇ ਚੀਕਾਂ ਤੇ ਨਹੀਂ ਮਾਰ ਸਕਦੇ, ਉਹ ਤਾਂ ਗਾਲਾਂ ਕੱਢ ਰਹੀ ਹੈ। ਤੇ ਉਹਨਾਂ ਨੇ ਉਹ ਬੰਦ ਪਾਤਾ, ਵਾਰਿਸ਼ਾ ਦੇ ਨਾਂ ਲਾ ਕੇ ਡੋਰੀ ਚੜ੍ਹਦਿਆਂ ਮਾਰੀਆਂ ਹੀਰ ਚੀਕਾਂ, ਲੈ ਚਲੇ ਬਾਬਲਾ ਲੈ ਚਲੇ। ਇਹ ਇਹਦੀ ਇੱਕ ਬਹੁਤ ਵੱਡੀ ਮਿਸਾਲ ਹੈ। ਬਿਲਕੁਲ ਬਿਲਕੁਲ। ਜਾਂ ਤਕਦੀਰ ਪ੍ਰਸਤੀ ਦੀ ਗਿਆ ਭਾਈ ਤਕਦੀਰ ਦੇ ਨਾਲ ਟੂਟਾ, ਸਾਤੋਂ ਕੀਮਤ ਲੈ ਜਾ ਮੱਟ ਦੀ ਵੇ। ਇਹ ਨਾ ਸਿਰਫ ਇਹ ਹੈ ਕਿ ਇਹ ਗਲਤ ਨੇ, ਬਲਕਿ ਇਹ ਬਿਲਕੁਲ ਐਂਟੀ ਨੇ ਜਿਹੜੇ ਰਾਈਟਰ ਨੇ। ਅੱਛਾ, ਫਿਰ ਇਹ ਕੰਪੈਰੀਟਿਵ ਸਟੱਡੀ ਜਿਹੜੀ ਮਤਲਬ ਕਈ ਚੀਜ਼ਾਂ ਹੋਣਗੀਆਂ ਜਿਹੜੀ ਕੰਪੈਰੀਟਿਵ ਸਟੱਡੀਜ਼ ਆਈਆਂ ਨੇ, ਉਹਨਾਂ ਦੇ ਵੀ ਜ਼ਾਹਰ ਹੈ ਉਹਦੇ ਬਾਰੇ ਚ ਵੀ ਜਿਹੜੇ ਭੁਲੇਖੇ ਉਹਦੇ ਆਪਣੇ ਨੇ। ਯਾਨੀ ਉਹਦੇ ਜੋ ਰਿਜ਼ਲਟ ਅਸੀਂ ਕੱਢਨੇ ਆ ਜਿਹੜਾ, ਉਹ ਜ਼ਰੂਰੀ ਨਹੀਂ ਹੈ ਕਿ ਉਹ ਰਾਈਟ ਵਾਲਾ ਹੋਵੇ, ਕਿਉਂਕਿ ਸਾਡੇ ਤੱਕ ਯਾਨੀ ਕੰਪੈਰੀਟਿਵ ਸਟੱਡੀ ਦਾ ਉਹੀ ਟ੍ਰੈਂਡ ਚੱਲ ਰਿਹਾ ਹੋਵੇ ਜਿਹਨੂੰ ਅਸੀਂ ਲੈ ਕੇ ਚੱਲ ਰਹੇ ਹਾਂ, ਇਹ ਵੀ ਇਹਦੇ ਚ ਖਰਾਬੀ ਹੋ ਸਕਦੀ ਹੈ। ਮਿਸਾਲ ਦਿਓ ਕੋਈ। ਨਹੀਂ, ਮਿਸਾਲ ਇਸ ਵੇਲੇ ਮੇਰੇ ਜ਼ਿਹਨ ਚ ਨਹੀਂ ਆ ਰਹੀ, ਲੇਕਿਨ ਮੇਰੇ ਜ਼ਿਹਨ ਚ ਖਿਆਲ ਆ ਰਿਹਾ ਹੈ ਕਿ ਅਸੀਂ ਕਹਿੰਦੇ ਹਾਂ ਕਿ ਯਾਰ ਇਸ ਵੇਲੇ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ, ਤੇ ਇਹਦਾ ਮਤਲਬ ਹੈ ਪੁਰਾਣੇ ਜ਼ਮਾਨੇ ਚ ਇਹ ਇਸ ਤਰ੍ਹਾਂ ਲੋਕ ਸੋਚਦੇ ਹੋਣਗੇ। ਜ਼ਰੂਰੀ ਨਹੀਂ ਹੈ, ਲੇਕਿਨ ਹੋ ਸਕਦਾ ਹੈ ਕਿ ਉਹ ਜਿਹੜੀ ਸੋਚ ਆਈ ਹੈ ਉਹ ਬਾਅਦ ਚ ਕਿਸੇ ਹੋਰ ਇੰਟਰੈਕਸ਼ਨ ਨਾਲ, ਕਿਸੇ ਹੋਰ ਮੁਆਸ਼ਰੇ ਨਾਲ ਇੰਟਰੈਕਸ਼ਨ ਨਾਲ ਆਈ ਹੋਵੇ। ਉਹ ਤੇ ਫਿਰ ਇਹ ਨਾ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਉਹਨੂੰ ਐਵੋਲੂਸ਼ਨ ਚ ਨਹੀਂ ਵੇਖ ਰਹੇ, ਐਵੋਲੂਸ਼ਨ ਚ ਨਹੀਂ, ਤੁਸੀਂ ਉਹਨੂੰ ਸਟੈਟਿਕ ਵੇਖ ਰਹੇ ਹੋ। ਨਹੀਂ, ਸਟੈਟਿਕ ਦਾ ਮਤਲਬ ਇਹ ਹੈ ਕਿ ਜਦੋਂ ਇੰਟਰੈਕਸ਼ਨ ਨਾਲ ਬਹੁਤ ਸਾਰੇ ਮੁਆਸ਼ਰਿਆਂ ਤੇ ਫਰਕ ਪੈਂਦਾ ਨਾ, ਤੇ ਉਹ ਐਵੋਲੂਸ਼ਨ ਹੋ ਕੇ ਨਹੀਂ ਆਈ। ਇਹਦਾ ਮਤਲਬ ਸਾਡੇ ਸ਼ਾਇਦ ਪਹਿਲੇ ਐਗਜ਼ਿਸਟ ਨਾ ਕਰਦੀ ਹੋਵੇ, ਲੇਕਿਨ ਅਸੀਂ ਦੂਸਰੇ ਮੁਆਸ਼ਰੇ ਚੋਂ ਉਹ ਕੋਈ ਚੀਜ਼ ਲਈ ਹੋਵੇ। ਮਸਲਨ ਏਰੀਅਨਸ ਦੇ ਆਉਣ ਨਾਲ ਆ ਗਈ ਹੋਵੇ, ਇਰਾਨੀਅਨਸ ਦੇ ਨਾਲ ਇੰਟਰੈਕਸ਼ਨ ਨਾਲ ਆ ਗਈ ਹੋਵੇ, ਕਿਸੇ ਹੋਰ ਹਮਲਾਵਰ ਨਾਲ ਇੰਟਰੈਕਸ਼ਨ ਨਾਲ ਆ ਗਈ ਹੋਵੇ, ਤੇ ਅਸੀਂ ਉਹਨੂੰ ਸਟ੍ਰੈਚ ਬੈਕ ਕਰਕੇ ਉੱਥੇ ਲਿਜਾ ਰਹੇ ਹਾਂ ਜਿੱਥੋਂ ਅਸੀਂ ਕਹਿੰਦੇ ਹਾਂ ਕਿ ਜੀ ਸਾਡੇ ਜਿਹੜੇ ਚਾਰ ਵਾਕ ਵਾਲੇ ਜਾਂ ਤੰਤਰਵਾਦ ਵਾਲੇ ਨਾਲ ਅਸੀਂ ਉਹਨੂੰ ਜੋੜ ਦਈਏ। ਨਹੀਂ, ਕਨਸੈਪਟ ਜਿਹਾ ਹੈ ਜੀ, ਬਿਲਕੁਲ ਮੈਂ ਇਹਦੀ ਕੋਈ ਮਿਸਾਲ ਨਹੀਂ ਦੇ ਸਕਾਂਗਾ ਇਸ ਵੇਲੇ, ਸੋਚ ਨਹੀਂ ਆ ਰਹੀ। ਨਹੀਂ, ਮਤਲਬ ਇਹ ਹੈ ਕਿ ਉਹ ਪਿਛਲੀ ਵਾਰੀ ਤੁਸੀਂ ਸ਼ਾਇਦ ਮੀਟਿੰਗ ਚ ਹੋ, ਤੁਸੀਂ? ਮੈਂ ਥੋੜੀ ਦੇਰ ਲਈ ਸੀ, ਹਾਂਜੀ, ਬਾਅਦ ਚ ਆਇਆ ਸੀ। ਉਹ ਜਿਸ ਚ ਮੈਂ ਇੱਕ ਕੁਐਸਚਨ ਬਣਾ ਕੇ ਤੁਹਾਨੂੰ ਦੱਸੀ ਸੀ, ਬੀਬਾ ਜੀ ਦੇ ਨਾਲ ਗੱਲ ਹੋ ਰਹੀ ਸੀ। ਅੱਛਾ, ਡਾਕਟਰ ਸਾਹਿਬ ਰਿਕਾਰਡ ਨਹੀਂ ਕੀਤੀ ਆਪਾਂ ਨੇ, ਇਹੀ ਗਲਤੀ ਹੋਈ ਸਾਡੇ ਕੋਲੋਂ, ਅਸੀਂ ਰਿਕਾਰਡ ਨਹੀਂ ਕੀਤੀ ਉਹ। ਅੱਛਾ, ਹਾਂ, ਉਹ ਵਾਲਾ ਹਿੱਸਾ ਰਿਕਾਰਡ ਨਹੀਂ ਕੀਤਾ। ਹਾਂ, ਉਹ ਵਾਲਾ ਹਿੱਸਾ ਜਿਹੜਾ ਉਹ ਪਹਿਲੇ ਹੋ ਗਿਆ ਸੀ ਤੇ ਰਿਕਾਰਡਿੰਗ ਬਾਅਦ ਚ ਸ਼ੁਰੂ ਹੋਈ ਸੀ। ਉਹੀ ਗੱਲ, ਅਸਲੀ ਗੱਲ ਛੱਡ ਗਏ ਆ, ਬਾਕੀ ਰਿਕਾਰਡ ਕਰਦੇ ਰਹੇ ਆ ਸਾਰਾ ਕੁਝ। ਨਹੀਂ, ਉਹ ਰਿਪੀਟ ਕਰੋ ਸਰ, ਉਹਦੇ ਨਾਲ ਬਹੁਤ ਕਲੈਰੀਫਿਕੇਸ਼ਨ ਹੁੰਦੀ ਹੈ, ਉਹ ਰਿਪੀਟ ਕਰੋ ਜ਼ਰਾ। ਅੱਛਾ, ਉਹ ਇਹ ਮੈਂ ਕਹਿ ਰਿਹਾ ਸਾਂ ਬੀਬਾ ਜੀ ਨੂੰ ਮੈਂ ਕਹਿ ਰਿਹਾ ਸਾਂ ਕਿ ਤੁਸੀਂ ਇਹਨੂੰ ਇੱਕ ਲੀਨੀਅਰ ਮੈਥਮੈਟੀਕਲ ਅਲਜਬਰੇ ਦੀ ਇਕੁਏਸ਼ਨ ਬਣਾ ਕੇ ਵੀ ਸਮਝ ਸਕਦੇ ਹੋ। ਅੱਛਾ, ਉਹ ਇੰਝ ਹੈ ਕਿ ਮੈਂ ਇਹਨਾਂ ਨੂੰ ਕਿਹਾ ਕਿ ਮਿਸਾਲ ਦੇ ਤੌਰ ਤੇ ਅਸੀਂ ਉਹ ਇਕੁਏਸ਼ਨ ਲਿਖਨੇ ਆ, ਫਰਜ਼ ਕਰੋ y ਜਿਹੜੀ ਆ ਉਹ ਨਹੀਂ, y ਨਹੀਂ, ਤੁਸੀਂ ਕਹੋ C, ਕੈਪੀਟਲ C ਹੈਗੀ ਹੈ ਕਰੰਟ ਸਟੇਟ ਆਫ ਸੋਸਾਇਟੀ। ਅੱਛਾ, ਹੁਣ ਅਸੀਂ ਦੇਖਣਾ ਇਹ ਹੈ ਕਿ ਕਰੰਟ ਸਟੇਟ ਆਫ ਸੋਸਾਇਟੀ ਕਿੰਨਾ ਵੇਰੀਏਬਲਸ ਤੋਂ ਬਣੀ ਹੈ। ਠੀਕ, ਸੋ ਅਸੀਂ ਕਿਹਾ ਕਿ C ਕੈਪੀਟਲ ਇਜ਼ ਇਕੁਅਲ ਟੂ A ਪਲੱਸ ਇਹ ਜਿਹੜਾ ਹੈ ਉਹ ਕਾਂਸਟੈਂਟ ਹੈ, ਜਿਹੜਾ ਬਦਲਦਾ ਨਹੀਂ ਹੈ, ਜਿਹੜਾ ਸ਼ੁਰੂ ਤੋਂ ਮੌਜੂਦ ਹੁੰਦਾ ਹੈ, ਪਲੱਸ ਫਰਜ਼ ਕਰੋ BY
ਇਹਦੇ ਵੀ ਜਿਹੜੀ ਹੈ ਉਹ ਸੁਸਾਇਟੀ ਦੀਆਂ ਆਪਣੀਆਂ ਇੰਟਰਨਲ ਕੰਟਰਾਡਿਕਸ਼ਨਸ ਨੇ, ਪਲੱਸ ਛੋਟੀ ਸੀ ਵਾਈ ਜਿਹੜਾ ਹੈ ਉਹਦੇ ਚ ਟਾਈਮ ਹੈ, BY ਦਾ BY ਜਿਹੜਾ ਹੈ ਉਹ ਤੋਂ ਮਤਲਬ ਹੈ ਓਵਰ ਟਾਈਮ ਇੰਟਰਨਲ ਕੰਟਰਾਡਿਕਸ਼ਨਸ ਕਿਵੇਂ ਡਿਵੈਲਪ ਹੋਈਆਂ, ਤੇ ਪਲੱਸ CY ਜਿਹੜਾ ਹੈਗਾ ਉਹ ਹੈਗਾ ਜਾਂ FY ਕਹਿ ਲਓ ਕਿ ਫਾਰਨ ਇਨਫਲੂਐਂਸਸ ਜਿਹੜੇ ਨੇ ਓਵਰ ਟਾਈਮ ਕਿਵੇਂ ਹੋਏ, ਐਕਸਟਰਨਲ ਕਿਹੜੇ ਸੀ, ਐਕਸਟਰਨਲ ਫੈਕਟਰ ਇਨਫਲੂਐਂਸਸ ਨੇ ਉਹ ਕਿਵੇਂ ਹੋਏ। ਤੇ ਇਸ ਛੋਟੀ ਜੀ ਲੀਨੀਅਰ ਇਕੁਏਸ਼ਨ ਨੂੰ ਦੇ ਵਿੱਚ ਹੋਰ ਫੈਕਟਰ ਜਮਾ ਕਰਕੇ ਤੇ ਤੁਸੀਂ ਇਹਨੂੰ ਸਮਝ ਸਕਦੇ ਹੋ ਕਿ ਅਲਟੀਮੇਟਲੀ ਜਿਹੜੀ ਕਰੰਟ ਸਟੇਟ ਆਫ ਸੋਸਾਇਟੀ ਹੈ ਉਹ ਇਸ ਲੀਨੀਅਰ ਇਕੁਏਸ਼ਨ ਦੇ ਥਰੂ ਵੀ ਸਮਝੀ ਜਾ ਸਕਦੀ ਹੈ। ਗੱਲ ਸਮਝ ਆਈ ਤੁਹਾਨੂੰ? ਬਿਲਕੁਲ ਸਮਝ ਆ ਗਈ ਹੈ। ਠੀਕ, ਸਹੀ ਬਿਲਕੁਲ ਸਹੀ। ਕਿਉਂ ਜੀ ਜਸਪ੍ਰੀਤ ਜੀ, ਇਹ ਤਾਂ ਮੁਸ਼ਕਲ ਨਹੀਂ ਨਾ ਲੱਗੀ? ਹਾਂਜੀ, ਇਹ ਹੁਣ ਤੁਸੀਂ ਫਲਸਫਾ ਦੱਸ ਰਹੇ ਹੋ ਨਾ, ਇਹ ਤੁਹਾਨੂੰ ਪਤਾ ਮੇਰਾ ਵੀਕ ਸਬਜੈਕਟ ਹੈ। ਨਹੀਂ ਮੈਂ ਇਹ ਤਾਂ ਸਿੰਪਲ ਮੈਥਮੈਟਿਕਲੀ ਦੱਸ ਰਹੇ ਤੁਹਾਨੂੰ। ਮੇਰਾ ਮਤਲਬ ਉਹ ਵੀ ਵੀਕ ਹੈ ਫਿਰ। ਮੈਂ ਤਾਂ ਤੁਹਾਨੂੰ ਉਹ ਮੈਥ ਦੱਸ ਰਿਹਾ ਜਿਹੜਾ ਤੁਸੀਂ 10ਵੀਂ ਜਮਾਤ ਚ ਪੜ੍ਹਿਆ ਸੀ। ਬਹੁਤ ਚਿਰ ਹੋ ਗਿਆ। ਠੀਕ ਹੈ, ਨਹੀਂ ਠੀਕ ਹੈ, ਮੇਰਾ ਦਿਮਾਗ ਚੱਲ ਰਿਹਾ ਹੈ ਹੌਲੀ ਹੌਲੀ। ਮੈਨੂੰ ਇਹ ਲੱਗ ਰਿਹਾ ਮੈਂ ਸਭ ਤੋਂ ਨਲਾਇਕ ਸਟੂਡੈਂਟ ਹਾਂ ਇਸ ਕਲਾਸ ਦੀ। ਨਹੀਂ ਕੋਈ ਨਲਾਇਕ ਨਹੀਂ ਹੈਗਾ, ਸਾਰੇ ਇੱਕੋ ਜਿਹੇ ਆ ਅਸੀਂ। ਅੱਛਾ, ਇੱਕ ਗੱਲ ਦੱਸੋ ਡਾਕਟਰ ਸਾਹਿਬ, ਤੁਸੀਂ ਜਿਵੇਂ ਜਸਪਾਲ ਸਿੰਘ ਨੇ ਕਿਹਾ ਨਾ ਪਹਿਲਾਂ ਕਿ ਤੁਸੀਂ ਪੈਥ ਬ੍ਰੇਕਿੰਗ ਕੰਮ ਜਦੋਂ ਵੀ ਕਰੋ, ਇੱਕ ਕਮੈਂਟ ਉਹਨਾਂ ਨੇ ਕੀਤਾ ਸੀ, ਸੋ ਤੁਸੀਂ ਆਪਣੇ ਲਾਈਫ ਵਿੱਚ, ਮੈਨੂੰ ਇਹ ਲੱਗਦਾ ਕਿ ਪਾਥ ਬ੍ਰੇਕਿੰਗ ਦਾ ਜਿਹੜਾ ਸ਼ਬਦ ਹੈ ਨਾ ਉਹ ਤੁਹਾਡਾ ਆਲਟਰਨੇਟ ਨੇਮ ਹੈ। ਮੈਂ ਜੋ ਤੁਹਾਡੀ ਗੱਲਾਂ ਸੁਣਦੀ ਹਾਂ ਉਹੀ ਮੈਨੂੰ ਅਟਰੈਕਟ ਕਰਦੀ ਹੈ ਕਿ ਇਹ ਗੱਲਾਂ ਕੋਈ ਹੋਰ ਨਹੀਂ ਕਰਦਾ, ਇਹ ਤੁਸੀਂ ਕਰਦੇ ਹੋ, ਤੇ ਤੁਹਾਡੀ ਜਿਹੜੀ ਥਾਟ ਹੈ ਬੜੀ ਓਰੀਜਨਲ ਹੈ, ਇਹ ਮੈਂ ਕਿਤੇ ਹੋਰ ਨਾ ਸੁਣੀ ਹੈ ਨਾ ਪੜ੍ਹੀ ਹੈ। ਸੋ ਤੁਹਾਨੂੰ ਆਪਣੇ ਵਰਗੇ ਵੀ ਕੋਈ ਹੋਰ ਮਿਲੇ ਲੋਕ, ਜੇ ਉਹ ਹੁੰਦੇ ਤੇ ਉਹ ਕਰ ਚੁੱਕੇ ਹੁੰਦੇ। ਜਸਪਾਲ ਸਰ ਹੈਗੇ ਨੇ ਨਾ ਦੋਨੋਂ ਜਣੇ। ਹਾਂਜੀ, ਚਲੋ ਠੀਕ ਹੈ। ਤੇ ਡਾਕਟਰ ਸਾਹਿਬ ਇਹਦੀ ਮੈਂ ਥੋੜੀ ਜਿਹੀ ਐਗਜ਼ਾਮਪਲ ਦੇ ਦਿੰਦਾ। ਸਾਡੇ ਮੈਡੀਕਲ ਦੇ ਵਿੱਚ ਹਾਂਜੀ ਡਾਕਟਰ ਜਸਪ੍ਰੀਤ ਨੂੰ ਇਸ ਚੀਜ਼ ਦੇ ਉੱਤੇ ਮੇਰੇ ਕੋਲ ਸਮਝ ਆ ਜਾਏਗੀ, ਪਤਾ ਕਿ ਮੈਂ ਗੱਲ ਕਰ ਰਿਹਾ ਸੀ ਕੁਆਲਿਟੀ ਆਫ ਐਵੀਡੈਂਸ। ਜੇ ਤੋਂ ਅਸੀਂ ਡਿਸੀਜਨ ਕਰਦੇ ਹਾਂ ਸਾਰਾ ਕੁਝ ਮੈਡੀਕਲ ਦੇ ਵਿੱਚ ਤਾਂ ਇਸ ਵੇਲੇ ਐਵੀਡੈਂਸ ਬੇਸਡ ਮੈਡੀਸਨ ਕਹਿੰਦੇ ਤੁਸੀਂ ਪ੍ਰੈਕਟਿਸ ਕਰੋ ਜੀ। ਜੇ ਤੁਹਾਡੇ ਕੋਲ ਐਵੀਡੈਂਸ ਹੈ ਨਹੀਂ ਤਾਂ ਤੁਸੀਂ ਮੈਡੀਕਲ ਪ੍ਰੈਕਟਿਸ ਦਾ ਕੰਮ ਉਹ ਨਾ ਕਰੋ। ਐਵੀਡੈਂਸ ਬੇਸਡ, ਔਰ ਅਸੀਂ ਕਹਿ ਰਹੇ ਹਾਂ ਕਿ ਐਵੀਡੈਂਸ ਇਟਸੈਲਫ ਜਿਹੜਾ ਹੋਏਗਾ ਉਹਦੀ ਕੁਆਲਿਟੀ ਵੇਰੀ ਕਰਦੇ। ਅਸੀਂ ਇਹਨਾਂ ਨੇ ਕੈਟੇਗੋਰਾਈਜ਼ ਕਰਦਾ, ਇਹ ਲੈਵਲ 1 ਕੈਟੇਗੋਰੀ ਐਵੀਡੈਂਸ ਹੈ, ਲੈਵਲ 2 ਕੈਟੇਗੋਰੀ ਐਵੀਡੈਂਸ ਹੈ, ਲੈਵਲ 3 4 5 ਕਰ ਲਏ। ਲੈਵਲ 1 ਜਿਹੜਾ ਐਵੀਡੈਂਸ ਹੈ ਉਹ ਤੇ ਸੋਲਿਡ ਪੱਕਾ ਤੁਹਾਡੇ ਸਾਹਮਣੇ ਹੈ। 2 3 4 5 ਤੇ ਜਦੋਂ 5 ਐਵੀਡੈਂਸ ਜਿਹੜਾ ਉਹ ਤਾਂ ਹੈਗਾ ਜੀ ਰੂਮਰਸ ਹੀ ਆ ਜੀ, ਜਿੱਦਾਂ ਕਿ ਮਤਲਬ ਕੁਆਲਿਟੀ ਆਫ ਐਵੀਡੈਂਸ ਨੂੰ ਵੀ ਕੈਟੇਗੋਰਾਈਜ਼ ਕਰ ਲਿਆ ਇਹਨਾਂ ਨੇ ਮੈਡੀਕਲ ਦੇ ਵਿੱਚ, ਜਿਹੜੇ ਕਿ ਹੁਣ ਨਹੀਂ ਵੈਸੇ ਤੇ ਅਮਰਜੀਤ ਜੀ ਇਹ ਜਿਹੜੀ ਕੁਆਲਿਟੀ ਆਫ ਐਵੀਡੈਂਸ ਹੈ ਇਹ ਹਰ ਫੀਲਡ, ਹਰ ਸਾਇੰਸ ਔਰ ਹਰ ਸੋਸ਼ਲ ਸਾਇੰਸ ਦੇ ਵਿੱਚ ਹੋਣੀ ਚਾਹੀਦੀ ਹੈ। ਬਿਲਕੁਲ, ਕਿਉਂਕਿ ਜਿਹੜਾ ਤੁਸੀਂ ਨਤੀਜਾ ਜਾਂ ਸਿੱਟਾ ਕੱਢਣਾ ਹੈ ਉਹ ਜਿਨ੍ਹਾਂ ਗੱਲਾਂ ਤੋਂ ਤੁਸੀਂ ਕੱਢ ਰਹੇ ਹੋ ਉਹ ਜੇ ਉਹੀ ਉਹਨਾਂ ਦੀ ਕੁਆਲਿਟੀ ਅੱਛੀ ਨਹੀਂ ਹੈਗੀ ਤੇ ਫਿਰ ਤੁਸੀਂ ਕਿਵੇਂ ਨਤੀਜਾ ਕੱਢੋਗੇ? ਕਹਿੰਦੇ ਨੇ ਜਿੰਨਾ ਗੁੜ ਪਾਓਗੇ ਉਨਾ ਹੀ ਮਿੱਠਾ ਹੋਊ। ਬਿਲਕੁਲ। ਵੈਸੇ ਜਿਹੜੀ ਮੈਂ ਤੁਹਾਨੂੰ ਇਕੁਏਸ਼ਨ ਬਣਾ ਕੇ ਦੱਸੀ ਹੈ ਇਹਦੀ ਹੁਣ ਪੋਸੀਬਿਲਿਟੀ ਬਹੁਤ ਵੱਧ ਗਈ ਹੈ ਇਸ ਤਰ੍ਹਾਂ ਦੀ ਸਟੱਡੀ ਦੀ। ਵਜ੍ਹਾ ਉਹਦੀ ਇਹ ਹੈਗੀ ਹੈ ਕਿ ਹੁਣ ਜਿਹੜੀ ਕੰਪਿਊਟਿੰਗ ਪਾਵਰ ਹੈ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਉਹਦੇ ਨਾਲ ਫਰਜ਼ ਕਰੋ ਤੁਸੀਂ ਅਗਰ ਪੂਰੇ ਦੁਨੀਆ ਦੇ ਬੰਦਿਆਂ ਦਾ ਡੇਟਾ ਲਵੋ ਤੇ ਪੂਰੇ ਦੁਨੀਆ ਦੇ ਬੰਦਿਆਂ ਦਾ ਡੇਟਾ, ਚਲੋ 6 ਬਿਲੀਅਨ ਪੁਆਇੰਟਸ ਹੋ ਗਏ, 6 ਬਿਲੀਅਨ ਆਬਜ਼ਰਵੇਸ਼ਨ ਹੋ ਗਈਆਂ ਨਾ ਟੋਟਲ, ਠੀਕ? ਤੇ ਹੁਣ ਕੰਪਿਊਟਰ ਜਿਹੜਾ ਹੈ ਉਹ 6 ਬਿਲੀਅਨ ਆਬਜ਼ਰਵੇਸ਼ਨਸ ਨੂੰ ਹੈਂਡਲ ਕਰ ਸਕਦਾ ਹੈ। ਤੁਸੀਂ ਦੇਖੋ ਨਾ ਪੂਰੀ ਕਾਸਮੋਲੋਜੀ ਤੇ ਕੁਆਂਟਮ ਮਕੈਨਿਕਸ ਦੀ ਸਟੱਡੀ ਵੀ ਇਸ ਤਰ੍ਹਾਂ ਹੈ ਨਾ ਕਿ ਪ੍ਰੈਜ਼ੈਂਟ ਜਿਹੜੀ ਸਟੇਟ ਹੈ ਇਹ ਹੋਂਦ ਚ ਕਿਵੇਂ ਆਈ ਆ। ਆਹੋ, ਲੇਕਿਨ ਮੈਂ ਇਹੋ ਹੀ ਕਹਿ ਰਿਹਾ ਕਿ ਇਹਨੂੰ ਸੋਸ਼ਲ ਸਾਇੰਸ ਦੇ ਵਿੱਚ ਵੀ ਜਿਹੜਾ ਹੈ ਉਹ ਇੰਪਲੀਮੈਂਟ ਕੀਤਾ ਜਾ ਸਕਦਾ ਹੈ।
ਬਿਲਕੁਲ ਬਿਲਕੁਲ। ਸਰ ਜਿਹੜਾ ਅਸੀਂ ਕਹਿੰਦੇ ਆ ਨਾ ਕਿ ਵੀ the best quality of evidence that we have ਹੈ ਨਾ, ਉਹਦੇ ਤੋਂ ਜਿਹੜੇ ਫਿਰ ਅਸੀਂ ਇਨਫਰੈਂਸਸ ਕੱਢ ਸਕਦੇ ਆ, ਤੇ ਜੀ। ਉਹਨਾਂ ਦੀ ਵੀ ਤੇ ਜਗ੍ਹਾ ਹੈ ਨਾ ਫਿਰ in interpreting anything, ਕਿ ਜਿਹੜੇ ਤੁਹਾਡੇ ਕੋਲ ਪੱਕੀ ਸੋਲਿਡ ਤੁਹਾਡੇ ਕੋਲ ਇਨਫੋਰਮੇਸ਼ਨ ਹੈ, ਤੇ ਉਹਦੇ ਤੇ ਤੁਸੀਂ ਫਿਰ ਇਨਫਰੈਂਸਸ ਵੀ ਤਾਂ ਕੱਢ ਸਕਦੇ ਹੋ ਨਾ ਬੇਸਡ ਔਨ ਦੈਟ। ਦੇਖੋ ਉਹ ਮੇਰਾ ਆਪਣਾ ਇਹ ਖਿਆਲ ਹੈ ਕਿ ਉਹਦੇ ਵਿੱਚ ਕਿੱਸਾ ਆਰਟਸ ਦਾ ਹੈ, ਕਿ ਮਿਸਾਲ ਦੇ ਤੌਰ ਦੇ ਉੱਤੇ ਤੁਹਾਡੇ ਕੋਲ ਮਰੀਜ਼ ਆਇਆ ਹੈ, ਤੁਸੀਂ ਉਹਦੇ ਜਿਹੜੇ ਆਬਜ਼ਰਵੇਸ਼ਨਸ ਕੀ ਉਹਨੂੰ ਤੁਸੀਂ ਕਹਿੰਦੇ ਹੋ, ਉਹਨਾਂ ਦੇ ਜਿਹੜੇ ਤੁਸੀਂ ਵਾਈਟਲ ਲਏ ਨੇ, ਉਹ ਮਸ਼ੀਨਾਂ ਨੇ ਲਏ ਨੇ, ਠੀਕ ਆ ਨਾ ਜੀ। ਹੁਣ ਉਹ ਜਿਹੜੇ ਵਾਈਟਲ ਜਿਹੜੇ ਮਸ਼ੀਨਾਂ ਨੇ ਲੈ ਕੇ ਤੁਹਾਨੂੰ ਦਿੱਤੇ ਨੇ, ਉਹਨਾਂ ਨੂੰ ਤੁਸੀਂ ਕਿਵੇਂ ਇੰਟਰਪ੍ਰੈਟ ਕਰੋਗੇ, ਉਹਦੇ 'ਚ ਤੇ ਚੰਗਾ ਤੇ ਭਲਾ ਡਾਕਟਰ ਬਣੇਗਾ ਨਾ ਜੀ। ਜਿਹੜਾ ਅੱਛਾ ਡਾਕਟਰ ਹੈ ਉਹ ਹੈ ਜਿਹੜਾ ਉਹਨਾਂ ਨੂੰ ਬਹੁਤ ਅੱਛੀ ਤਰੀਕੇ ਦੇ ਨਾਲ ਸਿੰਥੇਸਾਈਜ਼ ਕਰਕੇ ਇੰਟਰਪ੍ਰੈਟ ਕਰ ਸਕਦਾ ਹੈ। ਹਾਂਜੀ। ਭੈੜਾ ਡਾਕਟਰ ਜਿਹੜਾ ਉਹ ਨਹੀਂ ਕਰ ਸਕਦਾ ਉਹ ਕੰਮ। ਇਹਦੇ 'ਚ ਸਾਡੀ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਨਹੀਂ ਸਾਨੂੰ ਹੈਲਪ ਕਰ ਸਕਦੀ? ਕਰ ਸਕਦੀ ਹੈ, ਬਿਲਕੁਲ ਕਰ ਸਕਦੀ ਹੈ, ਕਿਉਂਕਿ ਉਹ ਤੇ ਦੇਖੋ ਅਜੇ ਤੱਕ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਨਾ, ਉਹਦਾ ਸਿਰਫ ਇਹ ਹੈ ਕਿ ਉਹ ਤੁਹਾਨੂੰ ਇਹ ਦੱਸ ਸਕਦੀ ਹੈ ਕਿ ਜਿਹੜੀ ਤੁਸੀਂ ਇਨਫਰੈਂਸ ਕਰ ਰਹੇ ਹੋ ਜੀ, ਉਹ ਕਿੰਨੀ ਵਾਰੀ ਹੋ ਚੁੱਕੀ ਹੈ ਪਹਿਲੇ। ਮਤਲਬ ਉਹ ਲੱਖਾਂ ਪੁਆਇੰਟਸ ਲੈ ਕੇ, ਫਰਜ਼ ਕਰੋ ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਠੀਕ ਹੈ ਜੀ, ਤੇ ਬਲੱਡ ਪ੍ਰੈਸ਼ਰ ਨਾਲ ਕੀ ਕੀ ਹੋ ਸਕਦਾ ਹੈ ਜੀ, ਤੇ ਉਹ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ, ਉਹ ਮਿਲੀਅਨਸ ਐਂਡ ਮਿਲੀਅਨਸ ਆਫ ਪੁਆਇੰਟਸ ਲੈ ਕੇ ਤੇ ਉਹਨਾਂ ਦਾ ਦੱਸ ਸਕਦੀ ਹੈ ਤੁਹਾਨੂੰ ਕਿ ਉਹਦੇ ਨਾਲ ਕੀ ਹੋਇਆ ਸੀ। ਜੀ। ਪਿੱਛੇ ਸਰ ਉਹ ਆਇਆ ਸੀਗਾ ਕਿ ਵੀ ਦੇ ਆਰ ਵਰਕਿੰਗ ਔਨ ਇਟ, ਕਿ ਉਹਨਾਂ ਨੇ ਜਿੱਦਾਂ ਕਿ ਵੀ ਪੁਰਾਣੇ ਪੇਂਟਰਸ ਨੇ, ਜਿੱਦਾਂ ਆਰਟਿਸਟ ਨੇ, ਉਹਨਾਂ ਨੇ ਬਿਲਕੁਲ ਉਹਨਾਂ ਦੇ ਐਗਜ਼ੈਕਟਲੀ ਬ੍ਰਸ਼ ਸਟ੍ਰੋਕਸ ਨੂੰ ਸਟੱਡੀ ਕਰਕੇ ਉਹਨਾਂ ਨੇ ਐਗਜ਼ੈਕਟਲੀ ਰੀਪਰੋਡਿਊਸ ਕਰ ਸਕਦੇ ਨੇ ਕਿ ਵੀ ਉਹ ਕਿਸ ਤਰ੍ਹਾਂ ਦੀ ਤਸਵੀਰ ਬਣਾਈ ਸੀ ਜਿਹੜੀ ਕਿ ਲੋਸਟ, ਆਈ ਫੋਰਗੇਟ ਦ ਆਰਟਿਸਟ, ਉਹਦੀ ਲੋਸਟ ਬਿਲਕੁਲ ਪੇਂਟਿੰਗਸ ਉਹਨੇ ਬਿਲਕੁਲ ਉਹੀ ਬਣਾ ਸਕਦੇ ਨੇ, ਬਿਕੋਜ਼ ਦੇ ਹੈਵ ਸਟੱਡੀਡ ਉਹਦਾ ਈਚ ਬ੍ਰਸ਼ ਸਟ੍ਰੋਕ, ਬ੍ਰਸ਼ ਸਟ੍ਰੋਕ। ਤੇ ਏਦਾਂ ਹੀ ਸਿੰਫਨੀਜ਼ ਵੀ ਉਹਨਾਂ ਨੇ ਅਨਫਿਨਿਸ਼ਡ ਕੰਪਲੀਟ ਕੀਤੀਆਂ ਨੇ ਕਿ ਵੀ ਉਹਨਾਂ ਨੇ ਵੀ ਕਿਸ ਤਰ੍ਹਾਂ ਇਹ ਇੱਕ ਇੱਕ ਕਰਕੇ, ਸੋ ਇਸ ਤਰ੍ਹਾਂ ਹੀ ਇਵੈਂਚੁਅਲੀ ਅਸੀਂ ਮੇਬੀ ਜਿੱਦਾਂ ਹੁਣ ਵਾਰਿਸ ਸ਼ਾਹ ਦਾ ਤਾਂ ਬੜਾ ਘੱਟ ਸਾਡੇ ਕੋਲ ਹੈਗਾ ਨਾ, ਹੀਰ ਵਾਰਿਸ ਸ਼ਾਹ is the only thing that we have, so ਜੇ ਕੁਝ ਹੋ we could almost recreate ਕਿ ਵੀ ਜੇ ਕੁਝ ਹੋਰ ਲਿਖਦੇ ਤਾਂ ਕਿਸ ਤਰ੍ਹਾਂ ਲਿਖਦੇ। ਮਤਲਬ ਨਹੀਂ, ਨਾਲੇ ਇਹ ਕਿ ਉਸ ਤੋਂ ਉਹਨੂੰ ਅਸੀਂ ਆਰਟੀਫੀਸ਼ੀਅਲ ਦੇ ਥਰੂ ਐਨਾਲਾਈਜ਼ ਕਰਕੇ ਇਹ ਪਤਾ ਕਰੀਏ ਕਿ ਉਹ ਬੰਦਾ ਕਿਸ ਤਰ੍ਹਾਂ ਦਾ ਸੀ। ਹੁਣ ਤੋਂ ਉਹਦੇ ਬਾਰੇ ਕੁਝ ਨਹੀਂ ਨਾ ਪਤਾ। ਹਾਂਜੀ, ਉਹ that would be the most interesting thing, ਹੈ ਨਾ। ਤੁਹਾਨੂੰ ਪਤਾ, I have many hypotheses about that, you know that। ਮੈਨੂੰ ਪਤਾ ਹੈ ਤੁਹਾਡੇ ਹਾਈਪੋਥੇਸਿਸ ਦਾ। ਅੱਛਾ, ਤੇ ਚਲੋ ਫਿਰ ਠੀਕ ਹੈ, ਕਾਫੀ ਹੋ ਗਈ ਗੱਲ। ਹਾਂਜੀ ਡਾਕਟਰ ਸਾਹਿਬ, ਫਿਰ ਸੰਡੇ ਮਿਲਦੇ। ਚੰਗਾ, ਥੈਂਕ ਯੂ ਸਰ, this was extremely interesting, ਮਜ਼ਾ ਆਇਆ। ਥੈਂਕ ਯੂ ਵੈਰੀ ਮਚ। ਆਪਾਂ ਮਿਹਰਬਾਨੀ ਜੀ। ਰਿਕਾਰਡਿੰਗ ਬੰਦ ਕਰ ਲਓ।